सिक्स्थ मैथ्स PSEB चैप्टर 2 होल नंबर्स। हाँ जी, ਸਟਾਰਟਿੰਗ ਦੇ ਵਿੱਚ ਅਸੀਂ ਪਹਿਲਾਂ ਇਹ ਸਮਝਣਾ ਹੈ ਵੀ ਹੋਲ ਨੰਬਰਸ ਹੁੰਦੇ ਕੀ ਨੇ। ਠੀਕ ਹੈ, ਦੇਖੋ ਨੈਚੁਰਲ ਨੰਬਰਸ ਅਸੀਂ ਜੋ ਹੈ ਪਹਿਲਾਂ ਹੀ ਡਿਸਕਸ ਮਤਲਬ ਕਰ ਚੁੱਕੇ ਹਾਂ। ਉਹਨਾਂ ਨੂੰ ਅਸੀਂ ਪਹਿਲਾਂ ਹੀ ਯੂਜ਼ ਵੀ ਕੀਤਾ ਹੋਇਆ ਹੈ, ਉਹਨਾਂ ਦੇ ਨਾਲ ਮਲਟੀਪਲੀਕੇਸ਼ਨ, ਐਡੀਸ਼ਨ, ਸਬਟਰੈਕਸ਼ਨ ਵਾਲੇ ਆਪਰੇਸ਼ਨਸ ਵੀ ਕੀਤੇ ਹੋਏ ਹੈ। ਹੁਣ ਇਹ ਹੋਲ ਨੰਬਰਸ ਵਾਲਾ ਜੋ ਮਤਲਬ ਕੰਸੈਪਟ ਹੈ, ਇਹ ਇਨਵੋਲਵ ਕਰਨ ਦੀ ਜ਼ਰੂਰਤ ਹੀ ਕਿਉਂ ਹੈ ਵੀ ਮੈਥਮੈਟਿਕਸ ਦੇ ਵਿੱਚ ਕੀ ਅਸੀਂ ਨੈਚੁਰਲ ਨੰਬਰਸ ਦੇ ਨਾਲ ਹੀ ਆਪਣੀ ਸਾਰੀ ਕੈਲਕੂਲੇਸ਼ਨਸ ਨੂੰ ਕਰ ਨਹੀਂ ਸਕਦੇ। ਹੋਲ ਨੰਬਰਸ ਕੀ ਨੇ ਅਤੇ ਇਹਨਾਂ ਦੀ ਜ਼ਰੂਰਤ ਕੀ ਹੈ, ਉਹ ਵੀ ਇੱਕ ਐਗਜ਼ਾਮਪਲ ਦੇ ਰਾਹੀਂ ਸਮਝਦੇ ਹਾਂ। ਠੀਕ ਹੈ, ਇੰਟਰੋਡਕਸ਼ਨ ਹੈ ਜੀ। we have already learnt about the natural numbers, that is 1 2 3 4 5। ਜਿਹੜੇ ਇਹ ਨੰਬਰਸ ਨੇ ਜੋ ਕਿ 1 ਤੋਂ ਸ਼ੁਰੂ ਹੋ ਕੇ ਜਿਵੇਂ ਇੱਥੇ 1 2 3 4 5, ਠੀਕ ਹੈ, 1 2 3 4 5 ਅਤੇ ਅੱਗੇ ਇਹਨਾਂ ਨੇ ਜੋ ਇਹ ਡੈਸ਼ ਡੈਸ਼ ਦਾ ਸਾਈਨ ਬਣਾਇਆ ਹੋਇਆ ਹੈ, ਇਟ ਮੀਨਸ ਕਿ ਇਹ ਕੰਟੀਨਿਊ ਨੇ। ਅਤੇ ਕੰਟੀਨਿਊ ਕਿੱਥੇ ਤੱਕ ਹੁੰਦੇ ਨੇ? ਦੇਖੋ ਲਾਸਟ ਜੋ ਨੈਚੁਰਲ ਨੰਬਰ ਹੈ ਉਹ ਹਾਲੇ ਤੱਕ ਡਿਫਾਈਨ ਨਹੀਂ ਹੈ। ਡਿਫਾਈਨ ਨਾ ਹੋਣ ਤੋਂ ਭਾਵ ਕੀ ਹੈ ਵੀ ਇਹਨਾਂ ਦੀ ਵੈਲਿਊ ਦੇਖੋ ਅਸੀਂ ਕਰੋੜ ਤੱਕ ਕਾਊਂਟ ਕਰ ਸਕਦੇ ਹਾਂ, 10 ਕਰੋੜ 100 ਕਰੋੜ। ਠੀਕ ਹੈ, ਇੰਡੀਅਨ ਮਤਲਬ ਜੋ ਨਿਊਮਰੇਸ਼ਨ ਸਿਸਟਮ ਹੈ ਉਹਦੇ ਵਿੱਚ ਅਸੀਂ ਕਰੋੜ ਕਹਿੰਦੇ ਹਾਂ, ਅਤੇ ਜੋ ਇੰਟਰਨੈਸ਼ਨਲ ਜੋ ਸਿਸਟਮ ਹੁੰਦਾ ਹੈ ਉਹਦੇ ਵਿੱਚ ਅਸੀਂ ਬਿਲੀਅਨ ਕਹਿੰਦੇ ਹੁੰਦੇ ਹਾਂ। ਠੀਕ ਹੈ, ਪੜ੍ਹਿਆ ਸੀ ਨਾ ਅਸੀਂ। ਹਾਂਜੀ, ਫਿਰ ਉਸ ਤੋਂ ਅੱਗੇ ਵੀ ਇਹ ਕੋਈ ਐਂਡ ਨਹੀਂ ਹੋ ਜਾਂਦਾ ਹੈ, ਉਸ ਤੋਂ ਅੱਗੇ ਵੀ ਇਹ ਕਾਊਂਟਿੰਗ ਚੱਲਦੀ ਹੀ ਰਹਿੰਦੀ ਹੈ। ਅਤੇ ਲਾਸਟ ਜੋ ਆਖਰੀ ਜੋ ਨੈਚੁਰਲ ਨੰਬਰ ਹੈ ਉਹਦੀ ਕਾਊਂਟਿੰਗ ਹਾਲੇ ਤੱਕ ਨਹੀਂ ਹੋਈ ਹੈ, ਕਿਉਂਕਿ ਉਹ ਜੋ ਹੈ ਬਹੁਤ ਹੀ ਵੱਡਾ ਇੱਕ ਨੰਬਰ ਹੋਏਗਾ। ਹਾਲੇ ਤੱਕ ਸਾਨੂੰ ਲਾਸਟ ਨੈਚੁਰਲ ਨੰਬਰ ਜੋ ਹੈ ਉਹ ਨਹੀਂ ਪਤਾ ਹੈ। ਦਸ ਕਾਊਂਟਿੰਗ ਨੰਬਰਸ ਆਰ ਕਾਲਡ ਨੈਚੁਰਲ ਨੰਬਰਸ। ਤਾਂ ਇਹੀ ਜੋ ਨੰਬਰਸ ਨੇ 1 2 3 4 5, ਇਹਨਾਂ ਨੂੰ ਅਸੀਂ ਜੋ ਹੈ ਕਾਊਂਟਿੰਗ ਨੰਬਰਸ ਵੀ ਕਹਿ ਦਿੰਦੇ ਹਾਂ ਅਤੇ ਨੈਚੁਰਲ ਨੰਬਰਸ ਵੀ ਕਹਿ ਦਿੰਦੇ ਹਾਂ। ਹੁਣ ਗੱਲ ਇਹ ਆਉਂਦੀ ਹੈ ਵੀ ਜਦ ਸਾਡੇ ਕੋਲ ਨੈਚੁਰਲ ਨੰਬਰਸ ਹੈਗੇ ਸੀ ਮੈਥਮੈਟਿਕਸ ਦੇ ਵਿੱਚ, ਤਾਂ ਫਿਰ ਹੋਲ ਨੰਬਰਸ ਦਾ ਕੰਸੈਪਟ ਲਿਆਉਣ ਦੀ ਜ਼ਰੂਰਤ ਕੀ ਹੈ। ਹੁਣ ਇੱਕ ਐਗਜ਼ਾਮਪਲ ਹੈ, ਜ਼ਰਾ ਧਿਆਨ ਨਾਲ ਸਮਝਣਾ। ਇਫ 40 ਸਟੂਡੈਂਟਸ ਆਰ ਪ੍ਰੈਜ਼ੈਂਟ ਇਨ ਕਲਾਸ 6th, ਵੀ ਅਗਰ ਇੱਕ ਕਲਾਸ ਦੇ ਵਿੱਚ 6ਵੀਂ ਕਲਾਸ ਦੇ ਵਿੱਚ ਉਹ ਕਹਿ ਰਹੇ ਨੇ ਵੀ ਅਗਰ 40 ਬੱਚੇ ਨੇ, ਠੀਕ ਹੈ, ਐਂਡ ਆਲ ਆਫ ਦੀਜ਼ ਸਟੂਡੈਂਟਸ ਵੈਂਟ ਟੂ ਪਲੇ ਗਰਾਊਂਡ ਟੂ ਪਲੇ ਗੇਮਸ। ਅਤੇ ਜਿਵੇਂ ਰਿਸੈਸ ਦਾ ਟਾਈਮ ਹੁੰਦਾ ਹੈ ਅਤੇ ਬੱਚੇ ਜੋ ਹੈ ਉਹ ਆਪਣਾ ਪਲੇਗਰਾਊਂਡ ਦੇ ਵਿੱਚ ਗੇਮਸ ਨੂੰ ਪਲੇ ਕਰਨ ਵਾਸਤੇ ਚਲੇ ਗਏ, ਸਾਰੇ ਦੇ ਸਾਰੇ, ਆਲ ਆਫ ਦੀਜ਼ ਸਟੂਡੈਂਟਸ। ਦੈਨ ਹਾਊ ਮੈਨੀ ਸਟੂਡੈਂਟਸ ਆਰ ਲੈਫਟ ਬਿਹਾਈਂਡ ਇਨ ਦਾ ਕਲਾਸਰੂਮ। ਇਹਨਾਂ ਨੇ ਇਹ ਪੁੱਛਿਆ ਹੈ ਦੈਨ ਹਾਊ ਮੈਨੀ ਸਟੂਡੈਂਟਸ ਆਰ ਲੈਫਟ ਬਿਹਾਈਂਡ ਇਨ ਦਾ ਕਲਾਸਰੂਮ। ਜਦ ਸਾਰੇ ਬੱਚੇ ਹੀ ਕਲਾਸ 6th ਦੇ ਵਿੱਚੋਂ ਪਲੇਗਰਾਊਂਡ ਦੇ ਵਿੱਚ ਗੇਮਸ ਨੂੰ ਪਲੇ ਕਰਨ ਯਾਨੀ ਕਿ ਖੇਡਣ ਵਾਸਤੇ ਜੋ ਹੈ ਚਲੇ ਗਏ, ਤਾਂ ਉਹਨਾਂ ਦਾ ਕੁਐਸਚਨ ਇਹ ਹੈ ਵੀ ਕਲਾਸ ਦੇ ਵਿੱਚ ਕਿੰਨੇ ਬੱਚੇ ਜੋ ਹੈ ਬਚ ਗਏ। ਤਾਂ ਦੇਖੋ ਆਨਸਰ ਕੀ ਹੋਏਗਾ, ਯੂਅਰ ਆਨਸਰ ਵਿਲ ਬੀ ਨੋ ਸਟੂਡੈਂਟ ਇਜ਼ ਪ੍ਰੈਜ਼ੈਂਟ ਇਨ ਦਾ ਕਲਾਸਰੂਮ। ਜਦ ਸਾਰੇ ਹੀ ਚਲੇ ਗਏ ਨੇ ਤਾਂ ਫਿਰ ਕੋਈ ਬੱਚਾ ਜੋ ਹੈ ਕਲਾਸ ਦੇ ਅੰਦਰ ਹੈ ਹੀ ਨਹੀਂ ਹੈ, ਮਤਲਬ ਬੱਚਿਆ ਹੀ ਨਹੀਂ ਹੋਇਆ ਉੱਥੇ ਕਲਾਸ ਦੇ ਵਿੱਚ ਕੋਈ ਵੀ ਬੱਚਾ। ਤਾਂ ਇਹਦੇ ਵਿੱਚ ਅਸੀਂ ਆਨਸਰ ਕਿਵੇਂ ਦੇਵਾਂਗੇ? ਦੇਖੋ ਜੋ ਨੈਚੁਰਲ ਨੰਬਰਸ ਹੈ, ਨੈਚੁਰਲ ਨੰਬਰਸ ਦੇ ਵਿੱਚ 1 2 3 4 5 6 7 8 9 10 0 ਆਉਂਦਾ ਹੈ, ਪਰ ਉਹ 10 ਦੇ ਵਿੱਚ ਆਉਂਦਾ ਹੈ। ਠੀਕ ਹੈ, ਇੱਦਾਂ ਹੀ 0 100 ਦੇ ਵਿੱਚ ਆਉਂਦਾ ਹੈ, ਫਿਰ 200 300 ਜਾਂ 30 40 60 ਇਹਨਾਂ ਦੇ ਵਿੱਚ 0 ਆਉਂਦਾ ਹੈ, ਪਰ 0 ਕਦੀ ਇਕੱਲਾ ਨਹੀਂ ਆਉਂਦਾ। ਹੁਣ ਅਗਰ ਅਸੀਂ ਨੰਬਰਸ ਦੇ ਵਿੱਚ ਇਹ ਮਤਲਬ ਇਸ ਕੁਐਸਚਨ ਦਾ ਜਵਾਬ ਦੇਣਾ ਹੁੰਦਾ ਵੀ ਅਗਰ 40 ਬੱਚੇ ਕਲਾਸ ਦੇ ਵਿੱਚੋਂ ਚਲੇ ਗਏ ਨੇ ਔਰ 40 ਹੀ ਟੋਟਲ ਬੱਚੇ ਹੈਗੇ ਸੀ ਕਲਾਸ ਦੇ ਵਿੱਚ, ਅਤੇ ਹੁਣ ਕਿੰਨੇ ਬੱਚੇ ਰਹਿ ਗਏ ਪਿੱਛੇ, ਤਾਂ ਆਨਸਰ ਤਾਂ 0 ਹੈ। ਤਾਂ ਉਸੀ ਵਾਸਤੇ ਹੁਣ ਹੋਲ ਨੰਬਰਸ ਦਾ ਕੰਸੈਪਟ ਇੰਟਰੋਡਿਊਸ ਕੀਤਾ ਜਾਂਦਾ ਹੈ। ਹੋਲ ਨੰਬਰਸ ਦੇ ਵਿੱਚ 0 ਤੋਂ ਕਾਊਂਟਿੰਗ ਸਟਾਰਟ ਹੁੰਦੀ ਹੈ। ਠੀਕ ਹੈ, ਇਨ ਦਿਸ ਸਿਚੁਏਸ਼ਨ ਵੀ ਸੇ ਦੈਟ 0 ਸਟੂਡੈਂਟ ਇਜ਼ ਪ੍ਰੈਜ਼ੈਂਟ ਇਨ ਕਲਾਸ। ਵੀ ਕਲਾਸ ਦੇ ਵਿੱਚ ਕੋਈ ਬੱਚਾ ਨਹੀਂ ਹੈ, ਇਟ ਮੀਨਸ ਕਿ ਕਲਾਸ ਦੇ ਵਿੱਚ 0 ਜੋ ਹੈ ਸਟੂਡੈਂਟਸ ਨੇ। ਤਾਂ ਜੋ 0 ਹੈ ਨਾ, ਵੀ ਕੋਈ ਅਗਰ ਕੁਛ ਨਹੀਂ ਹੈ ਤਾਂ ਉੱਥੇ 0 ਹੈ। The counting numbers or natural numbers, that is 1 2 3 4 5 together with the number 0 are called whole numbers। ਤੇ ਹੁਣ ਸਮਝ ਲਓ। ਠੀਕ ਹੈ, ਦੇਖੋ ਜੋ ਨੈਚੁਰਲ ਨੰਬਰਸ ਹੈ ਉਹ 1 2 3 4 5 ਤੋਂ ਸਟਾਰਟ ਮਤਲਬ 1 ਤੋਂ ਸਟਾਰਟ ਹੁੰਦੇ हैं। ठीक है, ਤੇ
ਹੋਲ ਨੰਬਰਸ ਦੇ ਵਿੱਚ ਕੀ ਐਕਸਟਰਾ ਆ ਜਾਂਦਾ ਹੈ ਵੀ ਅਗਰ ਅਸੀਂ ਇਹਨਾਂ ਨੈਚੁਰਲ ਨੰਬਰਸ ਦੇ ਨਾਲ ਟੂਗੈਦਰ ਵਿਦ ਦਾ ਨੰਬਰ 0 ਆਰ ਕਾਲਡ ਹੋਲ ਨੰਬਰਸ। ਵੀ ਹੋਲ ਨੰਬਰਸ ਕੀ ਹੈ ਵੀ ਅਗਰ ਅਸੀਂ 1 ਤੋਂ ਪਹਿਲਾਂ 0 ਲਗਾ ਦਿੰਦੇ ਹਾਂ, ਠੀਕ ਹੈ, ਇਹ ਤਾਂ ਹੋ ਗਏ ਨੈਚੁਰਲ ਨੰਬਰਸ। ਤੇ ਅਗਰ ਇਸ ਤੋਂ ਪਹਿਲਾਂ 0 ਆ ਗਿਆ, 0 1 2 3 4 5 ਅੱਗੇ ਕਾਊਂਟਿੰਗ ਚਲਦੀ ਰਹੇਗੀ, ਤਾਂ 0 ਦੇ ਆਉਣ ਦੇ ਨਾਲ ਨੈਚੁਰਲ ਨੰਬਰਸ ਹੋਲ ਨੰਬਰਸ ਬਣ ਜਾਂਦੇ ਨੇ। ਹਾਂਜੀ, ਹੋਲ ਨੰਬਰਸ ਆਰ ਰਿਪਰੈਜ਼ੈਂਟਡ ਬਾਈ ਕੈਪੀਟਲ W। ਜਿਵੇਂ ਨੈਚੁਰਲ ਨੰਬਰਸ ਨੂੰ ਅਸੀਂ ਕੈਪੀਟਲ N ਦੇ ਨਾਲ ਦਰਸਾਉਂਦੇ ਹਾਂ, ਉੱਦਾਂ ਹੀ ਜੋ ਸਿੰਬਲ ਹੈ ਇਹਦਾ ਹੋਲ ਨੰਬਰਸ ਦਾ ਉਹ ਹੈ ਕੈਪੀਟਲ W। ਤੇ ਇਹ ਦੇਖ ਸਕਦੇ ਹੋ ਤੁਸੀਂ, ਇਹਨਾਂ ਨੇ ਲਿਖ ਰੱਖਿਆ ਹੈ ਵੀ ਜੋ ਕੈਪੀਟਲ W ਹੈ ਇਕੁਅਲ ਟੂ ਹੈ, ਫਿਰ ਇਹਨਾਂ ਨੇ ਕਰਲੀ ਬ੍ਰੈਕਟ ਜੋ ਹੈ ਯੂਜ਼ ਕੀਤੀ ਹੈ, ਠੀਕ ਹੈ, ਸੈਟ ਹੈ, ਕਿਉਂਕਿ ਹੋਲ ਨੰਬਰਸ ਦਾ ਵੀ ਇੱਕ ਸੈਟ ਹੁੰਦਾ ਹੈ। ਸੈਟ ਕੀ ਹੈ ਇਹ ਅਸੀਂ +1 ਦੇ ਵਿੱਚ ਪੜ੍ਹਦੇ ਹੁੰਦੇ ਹਾਂ, ਹਾਲੇ ਮਤਲਬ ਇਹ ਤੁਹਾਡੇ ਸਿਲੇਬਸ ਦੇ ਵਿੱਚ ਨਹੀਂ ਹੈ। ਇਹ ਜੋ ਕਰਲੀ ਬ੍ਰੈਕਟਸ ਲਗਾ ਕੇ ਇਹਨਾਂ ਨੰਬਰਸ ਨੂੰ ਲਿਖਿਆ ਗਿਆ ਹੈ, ਤਾਂ ਤੁਸੀਂ ਬਸ ਇਹ ਸਮਝ ਲਓ ਹੋਲ ਨੰਬਰਸ ਕੀ ਹੈ ਜੋ 0 ਤੋਂ ਸਟਾਰਟ ਹੋ ਕੇ ਅੱਗੇ ਇਸ ਤਰ੍ਹਾਂ ਜੋ ਹੈ 1 2 3 4 5 6 7 8 ਇਸ ਤਰ੍ਹਾਂ ਜੋ ਹੈ ਜਾਂਦੇ ਨੇ, ਠੀਕ ਹੈ। ਇਹ ਸਾਰੇ ਹੋਲ ਨੰਬਰਸ ਨੇ, 0 ਤੋਂ ਇਹਨਾਂ ਦੀ ਕਾਊਂਟਿੰਗ ਸਟਾਰਟ ਹੁੰਦੀ ਹੈ। ਇਹ ਜਿਹੜੇ ਦੋ ਮਤਲਬ ਸਰਕਲ ਬਣਾਏ ਹੋਏ ਹੈ ਨਾ ਗੋਲੇ, ਇਹਨਾਂ ਨੂੰ ਜ਼ਰਾ ਧਿਆਨ ਦੇ ਨਾਲ ਸਮਝੋ। ਦੇਖੋ ਜੋ ਨੈਚੁਰਲ ਨੰਬਰਸ ਨੇ, ਨੈਚੁਰਲ ਨੰਬਰਸ ਦੇਖੋ 1 ਤੋਂ ਸਟਾਰਟ ਹੁੰਦੇ ਨੇ, ਠੀਕ ਹੈ, ਤੇ 1 ਤੋਂ ਸਟਾਰਟ ਹੋ ਕੇ 1 2 3 4 5 6 ਫਿਰ ਇੱਦਾਂ ਹੀ 7 ਫਿਰ 8 ਫਿਰ 9 ਫਿਰ 10, ਠੀਕ ਹੈ। ਤਾਂ ਮੰਨ ਲਓ ਕਿ ਜਿਹੜਾ ਇਹ ਪਹਿਲੇ ਵਾਲਾ ਗੋਲਾ ਹੈ ਇਹ ਵਾਲਾ, ਠੀਕ ਹੈ, ਇਹ ਵਾਲਾ ਜੋ ਗੋਲਾ ਹੈ ਇਹ ਜੋ ਹੈ ਨੈਚੁਰਲ ਨੰਬਰਸ ਦਾ ਹੈ। ਇਹ ਵਾਲਾ ਜੋ ਗੋਲਾ ਹੈ ਇਹ ਨੈਚੁਰਲ ਨੰਬਰਸ ਦਾ ਹੈ, ਠੀਕ ਹੈ। ਇਹਦੇ ਵਿੱਚ ਸਾਰੇ 1 ਤੋਂ ਲੈ ਕੇ 10 ਮਤਲਬ ਜੋ ਨੈਚੁਰਲ ਨੰਬਰਸ ਨੇ ਜੋ 1 ਤੋਂ ਸਟਾਰਟ ਹੁੰਦੇ ਨੇ ਉਹ ਨੰਬਰਸ ਨੇ। ਹੁਣ ਦੇਖੋ ਜੋ ਬਾਹਰ ਵਾਲਾ ਗੋਲਾ ਹੈ ਉਹ ਜੋ ਹੈ ਹੋਲ ਨੰਬਰਸ ਦਾ ਹੈ। ਹੁਣ ਇਹ ਵਾਲਾ ਜੋ ਪੋਰਸ਼ਨ ਹੈ ਨਾ, ਇਹਦੇ ਵਿੱਚ ਦੇਖੋ ਨੈਚੁਰਲ ਨੰਬਰਸ ਤਾਂ ਜੋ ਅੰਦਰ ਵਾਲਾ ਜੋ ਗੋਲਾ ਹੈ ਉਸ ਦੇ ਵਿੱਚ ਆ ਗਏ। ਹੁਣ ਜੋ ਇਹ ਵਾਲਾ ਪੋਰਸ਼ਨ ਹੈ ਨਾ, ਠੀਕ ਹੈ, ਇਹਦੇ ਵਿੱਚ ਕੀ ਆਏਗਾ 0, ਕਿਉਂਕਿ 0 ਜੋ ਹੈ ਉਹ ਹੋਲ ਨੰਬਰਸ ਦੇ ਵਿੱਚ ਐਕਸਟਰਾ ਹੁੰਦਾ ਹੈ ਨੈਚੁਰਲ ਨੰਬਰਸ ਤੋਂ। ਅਸੀਂ ਇਹ ਕਹਿ ਸਕਦੇ ਹਾਂ ਵੀ ਜਿੰਨੇ ਵੀ ਨੈਚੁਰਲ ਨੰਬਰ ਹੁੰਦੇ ਨੇ ਉਹ ਹੋਲ ਨੰਬਰ ਦੇ ਅੰਦਰ ਹੀ ਆਉਂਦੇ ਨੇ, ਠੀਕ ਹੈ। ਇਸ ਨੂੰ ਜ਼ਰਾ ਧਿਆਨ ਨਾਲ ਸਮਝਣਾ ਵੀ ਜਿੰਨੇ ਵੀ ਨੈਚੁਰਲ ਨੰਬਰ ਹੁੰਦੇ ਨੇ ਉਹ ਸਾਰੇ ਹੋਲ ਨੰਬਰਸ ਦੇ ਵਿੱਚ ਹੀ ਆਉਂਦੇ ਨੇ। ਇਹਨਾਂ ਨੇ ਇੱਥੇ ਡਿਫਾਈਨ ਵੀ ਕਰ ਰੱਖਿਆ ਹੈ, ਦੇਖੋ ਵੀ ਜੋ ਨੈਚੁਰਲ ਨੰਬਰਸ ਦਾ ਜੋ ਸਿੰਬਲ ਹੈ ਉਹ ਕੈਪੀਟਲ N ਹੈ ਤੇ 1 ਤੋਂ ਸਟਾਰਟ ਹੋ ਕੇ ਅੱਗੇ ਕਾਊਂਟਿੰਗ ਚਲਦੀ ਰਹਿੰਦੀ ਹੈ। ਇੱਦਾਂ ਹੀ ਜੋ ਹੋਲ ਨੰਬਰਸ ਹੈ ਉਹ ਕੈਪੀਟਲ W ਤੋਂ ਸਟਾਰਟ ਹੁੰਦੇ ਨੇ ਤੇ 0 ਤੋਂ ਸਟਾਰਟ ਹੋ ਕੇ 0 1 2 3 4 5 ਇਸ ਤਰ੍ਹਾਂ ਜੋ ਹੈ ਕਾਊਂਟਿੰਗ ਚਲਦੀ ਰਹਿੰਦੀ ਹੈ। ਆਲ ਨੈਚੁਰਲ ਨੰਬਰਸ ਆਰ ਕੰਟੇਨਡ ਇਨ ਕਲੈਕਸ਼ਨ ਆਫ ਹੋਲ ਨੰਬਰਸ। ਇਸ ਲਾਈਨ ਨੂੰ ਜ਼ਰਾ ਧਿਆਨ ਨਾਲ ਰੀਡ ਕਰੋ। ਆਲ ਨੈਚੁਰਲ ਨੰਬਰਸ ਆਰ ਕੰਟੇਨਡ ਇਨ ਕਲੈਕਸ਼ਨ ਆਫ ਹੋਲ ਨੰਬਰਸ। ਵੀ ਜਿੰਨੇ ਵੀ ਨੈਚੁਰਲ ਨੰਬਰਸ ਹੈ ਉਹ ਸਾਰੇ ਦੇ ਸਾਰੇ ਜੋ ਹੈ ਹੋਲ ਨੰਬਰਸ ਦੇ ਅੰਦਰ ਹੀ ਆਉਂਦੇ हैं, ठीक है। ਹਾਂਜੀ, नेक्स्ट है जी आल नेचुरल नंबर्स आर होल नंबर्स। सही है भी जो 1 2 3 4 तो जिन्ने भी अगे नंबर जानते हैं वो सारे के सारे होल नंबर्स के विच भी आते हैं। नेक्स्ट वो कह रहे हैं आल होल नंबर्स आर नोट। इस चीज़ को जरा रीड करना, आल होल नंबर्स आर नोट, नोट कह रहे हैं, ठीक है, भी नहीं है ਨੈਚੁਰਲ ਨੰਬਰਸ। ਇਹਦਾ ਕਾਰਨ ਕੀ ਹੈ ਉਹਨਾਂ ਦਾ ਮਤਲਬ ਉਹਨਾਂ ਨੇ ਇਹ ਕਿਹਾ ਹੈ ਵੀ ਸਾਰੇ ਦੇ ਸਾਰੇ ਹੋਲ ਨੰਬਰਸ ਨੈਚੁਰਲ ਨੰਬਰਸ ਨਹੀਂ ਹੈ। ਕਿਉਂ? ਕਿਉਂਕਿ 0 ਜੋ ਹੈ ਉਹ ਹੋਲ ਨੰਬਰ ਤਾਂ ਹੈ ਪਰ ਉਹ ਨੈਚੁਰਲ ਨੰਬਰ ਦੇ ਵਿੱਚ ਕਾਊਂਟ ਨਹੀਂ ਹੁੰਦਾ ਹੈ, ਠੀਕ ਹੈ। ਨੈਚੁਰਲ ਨੰਬਰ 1 ਤੋਂ ਸਟਾਰਟ ਹੁੰਦੇ ਨੇ, ਹੋਲ ਨੰਬਰਸ 0 ਤੋਂ ਸਟਾਰਟ ਹੁੰਦੇ ਨੇ, 0 1 2 3, because 0 is a whole number but not natural number। ਹਾਂਜੀ, ਇਸ ਤੋਂ ਬਾਅਦ ਦੇਖੋ ਇਹਨਾਂ ਨੇ ਜੋ ਇਹ ਦਿੱਤਾ ਹੋਇਆ ਹੈ ਇਹ ਵਾਲੇ ਜੋ ਹੈ ਕੁਐਸਚਨਸ ਵੀ ਹੈ ਤੁਹਾਡੇ ਕੋਲ। ਪਹਿਲਾ ਕੁਐਸਚਨ ਵੀ ਇਸੇ ਦੇ ਉੱਪਰ ਬੇਸਡ ਹੈ ਵੀ ਸਭ ਤੋਂ ਜੋ ਸਮਾਲੈਸਟ ਨੈਚੁਰਲ ਨੰਬਰ ਹੈ ਉਹ ਅਸੀਂ ਕਿਸ ਨੂੰ ਕਵਾਂਗੇ? ਜਿਸ ਤੋਂ ਨੈਚੁਰਲ ਨੰਬਰ ਸਟਾਰਟ ਹੁੰਦੇ ਹੈ ਉਹੀ ਸਮਾਲੈਸਟ ਹੋ ਜਾਏਗਾ, ਠੀਕ ਹੈ। 1 ਜੋ ਹੈ ਉਹ ਸਭ ਤੋਂ ਸਮਾਲੈਸਟ ਹੈ ਕਿਉਂਕਿ ਨੈਚੁਰਲ ਨੰਬਰ ਸਟਾਰਟ ਹੀ 1 ਤੋਂ ਹੁੰਦੇ ਹੈ। ਤੇ ਇੱਦਾਂ ਹੀ ਜੋ ਸਮਾਲੈਸਟ ਹੋਲ ਨੰਬਰ ਹੈ ਉਹ 0 ਹੋ ਜਾਏਗਾ ਕਿਉਂਕਿ 0 ਤੋਂ ਜੋ ਹੈ ਹੋਲ ਨੰਬਰਸ ਸਟਾਰਟ ਹੁੰਦੇ ਹੈ। ਹਾਂਜੀ, ਸਕਸੈਸਰ ਤੇ ਪ੍ਰੀਡਿਸੈਸਰ ਵਾਲਾ ਕੰਸੈਪਟ ਮੇਰੇ ਖਿਆਲ ਤੋਂ ਬੱਚਿਆਂ ਨੂੰ ਪਹਿਲਾਂ ਹੀ ਮਤਲਬ ਪਤਾ ਹੋਣਾ ਹੈ
क्योंकि ਸਕਸੈਸਰ ਔਰ ਪ੍ਰੀਡਿਸੈਸਰ ਦੇਖੋ ਜੋ ਪੰਜਾਬੀ ਵਾਲੇ ਹੈ ਉਹ ਇਸ ਨੂੰ ਅਗੇਤਰ ਸੰਖਿਆ ਤੇ ਪਿਛੇਤਰ ਸੰਖਿਆ ਜੋ ਹੈ ਪੜ੍ਹਦੇ ਨੇ। ਸਕਸੈਸਰ ਹੁੰਦਾ ਹੈ ਵੀ ਕਿਸੇ ਵੀ ਨੰਬਰ ਦੇ ਵਿੱਚ ਅਗਰ ਅਸੀਂ 1 ਜੋ ਹੈ ਐਡ ਕਰ ਦਿੰਦੇ ਹਾਂ ਤਾਂ ਜੋ ਨੰਬਰ ਆਉਂਦਾ ਹੈ ਉਹ ਪਹਿਲੇ ਵਾਲੇ ਨੰਬਰ ਦਾ ਸਕਸੈਸਰ ਹੁੰਦਾ ਹੈ। ਤੇ ਪ੍ਰੀਡਿਸੈਸਰ ਕੀ ਹੁੰਦਾ ਹੈ ਵੀ ਅਗਰ ਕਿਸੇ ਨੰਬਰ ਦੇ ਵਿੱਚੋਂ ਅਸੀਂ -1 ਕਰ ਦਿੰਦੇ ਹਾਂ ਤਾਂ ਜੋ ਨੰਬਰ ਆਉਂਦਾ ਹੈ ਉਹ ਪਹਿਲੇ ਵਾਲੇ ਨੰਬਰ ਦਾ ਪ੍ਰੀਡਿਸੈਸਰ ਹੁੰਦਾ ਹੈ। ਠੀਕ ਹੈ, ਅਗੇਤਰ ਨੂੰ ਜੋ ਹੈ ਅਗੇਤਰ ਸੰਖਿਆ ਨੂੰ ਸਕਸੈਸਰ ਕਿਹਾ ਜਾਂਦਾ ਹੈ, ਪ੍ਰੀਡਿਸੈਸਰ ਨੂੰ ਜੋ ਹੈ ਪਿਛੇਤਰ ਸੰਖਿਆ ਕਿਹਾ ਜਾਂਦਾ ਹੈ, ਪ੍ਰੀਡਿਸੈਸਰ ਨੰਬਰ ਨੂੰ। ਦੇਖ ਸਕਦੇ ਹੋ ਤੁਸੀਂ ਇੱਥੇ ਜਿਵੇਂ ਇਹਨਾਂ ਨੇ ਪੁੱਛਿਆ ਸੀ ਐਗਜ਼ਾਮਪਲ 1 ਦੇ ਵਿੱਚ ਵੀ ਇਹ 40,099 ਦਾ ਸਕਸੈਸਰ ਦੱਸੋ, ਤਾਂ ਦੇਖੋ ਸਿੰਪਲ 1 ਜੋ ਹੈ ਪਲੱਸ ਕਰ ਦਿਓ ਤਾਂ 40,100 ਜੋ ਹੈ ਆਨਸਰ ਹੋਏਗਾ। ਇਵੇਂ ਹੀ 1000 ਦਾ ਸਕਸੈਸਰ ਦੱਸੋ ਤਾਂ 1 ਜੋ ਹੈ ਐਡ ਕਰ ਦਿਓ ਤਾਂ 1001 ਜੋ ਹੈ ਇਸ ਦਾ ਸਕਸੈਸਰ ਹੋਏਗਾ। ਠੀਕ ਹੈ, ਹਾਂਜੀ। ਨੈਕਸਟ ਹੈ ਜੀ ਪ੍ਰੀਡਿਸੈਸਰ। ਹੁਣ ਇਹ ਹੈ 10,000। ਹੁਣ ਪ੍ਰੀਡਿਸੈਸਰ ਦੇ ਵਿੱਚ ਕੀ ਹੈ ਕਿ -1 ਕਰ ਦਿਓ, ਫਿਰ ਅੱਗੇ ਕੀ ਹੈ 20,099, ਇਸ ਦਾ ਪ੍ਰੀਡਿਸੈਸਰ ਦੱਸਣਾ ਹੈ, -1 ਕਰ ਦਿਓ। ਸਿੰਪਲ ਜਿਹਾ ਕੰਸੈਪਟ ਹੈ, ਪਹਿਲਾਂ ਵੀ ਅਸੀਂ ਕੀਤਾ ਹੋਇਆ ਹੈ। ਰਿਪਰੈਜ਼ੈਂਟੇਸ਼ਨ ਆਫ ਹੋਲ ਨੰਬਰ ਔਨ ਨੰਬਰ ਲਾਈਨ। ਦੇਖੋ ਤੁਸੀਂ ਇੱਕ ਇੱਦਾਂ ਦੀ ਲਾਈਨ ਬਣਾ ਲੈਣੀ ਹੈ, ਉਸ ਦੇ ਉੱਪਰ ਤੁਸੀਂ ਜਦ ਹੋਲ ਨੰਬਰਸ ਨੂੰ ਰਿਪਰੈਜ਼ੈਂਟ ਕਰਨਾ ਹੈ ਤਾਂ ਜੋ ਸਟਾਰਟਿੰਗ ਕਰਨੀ ਹੈ ਉਹ 0 ਤੋਂ ਕਰਨੀ ਹੈ। ਫਿਰ ਤੁਸੀਂ ਬਰਾਬਰ ਡਿਸਟੈਂਸ ਛੋੜ ਕੇ ਸਕੇਲ ਦਾ ਯੂਜ਼ ਕਰ ਲੈਣਾ। ਠੀਕ ਹੈ, ਦੇਖੋ ਇਹਨਾਂ ਨੇ ਤਾਂ ਵੈਸੇ ਕਿਹਾ ਹੈ ਵੀ ਦ ਡਿਸਟੈਂਸ ਬਿਟਵੀਨ ਦੀਜ਼ ਪੁਆਇੰਟਸ ਲੇਬਲਡ ਐਜ਼ 0 ਐਂਡ 1 ਇਜ਼ ਕਾਲਡ ਯੂਨਿਟ ਡਿਸਟੈਂਸ। ਸਭ ਤੋਂ ਪਹਿਲੇ ਇਹਨਾਂ ਨੇ ਕਿਹਾ ਹੈ ਡਰਾ ਇਹ ਲਾਈਨ, ਵੀ ਇੱਕ ਲਾਈਨ ਜੋ ਹੈ ਡਰਾ ਕਰ ਲਓ। ਜਿਹੜੀ ਇਹ ਬਲੂ ਕਲਰ ਵਾਲੀ ਲਾਈਨ ਦੇਖ ਰਹੇ ਹੋ ਨਾ, ਇਹ ਜੋ ਹੈ ਲਾਈਨ ਡਰਾ ਕਰ ਲਓ। ਇਸ ਤੋਂ ਬਾਅਦ ਮਾਰਕ ਏ ਪੁਆਇੰਟ ਔਨ ਇਟ, ਵੀ ਇਹਨਾਂ ਦੇ ਉੱਪਰ ਜੋ ਹੈ ਜੋ ਇਹ ਪੁਆਇੰਟਸ ਹੈ ਇਹਨਾਂ ਨੂੰ ਮਾਰਕ ਕਰੋ। ਠੀਕ ਹੈ, ਇਹ ਵਾਲੇ ਜੋ ਪੁਆਇੰਟਸ ਹੈ ਮਾਰਕ ਏ ਸੈਕਿੰਡ ਪੁਆਇੰਟ ਟੂ ਦਾ ਰਾਈਟ ਆਫ 0, ਵੀ 0 ਤੋਂ ਰਾਈਟ ਦੇ ਵਿੱਚ, ਰਾਈਟ ਦਾ ਮਤਲਬ ਕੀ ਹੈ ਇਸ ਪਾਸੇ ਨੂੰ। ਠੀਕ ਹੈ, ਇਸ ਪਾਸੇ ਨੂੰ 0 ਤੋਂ ਰਾਈਟ ਸਾਈਡ ਤੇ ਜੋ ਹੈ ਮਾਰਕ ਕਰੋ ਤੇ ਲੇਬਲ ਕਰੋ ਉਸ ਨੂੰ 1। The distance between these points labeled as 0 and 1 is called unit distance। ਤੇ ਇਹ ਜੋ 0 ਔਰ 1 ਦੇ ਵਿਚਕਾਰ ਜੋ ਡਿਸਟੈਂਸ ਹੈ ਨਾ, ਇਸ ਨੂੰ ਯੂਨਿਟ ਡਿਸਟੈਂਸ ਕਿਹਾ ਜਾਂਦਾ ਹੈ। ਠੀਕ ਹੈ, ਔਨ ਦਿਸ ਲਾਈਨ ਮਾਰਕ ਏ ਪੁਆਇੰਟ ਟੂ ਦਾ ਰਾਈਟ ਆਫ 1 ਐਂਡ ਐਟ ਯੂਨਿਟ ਡਿਸਟੈਂਸ ਫਰੋਮ 1 ਐਂਡ ਲੇਬਲ ਇਟ 2। ਸੇਮ ਜੋ ਚੀਜ਼ ਹੈ ਵੀ 1 ਔਰ 2 ਦੇ ਵਿੱਚ ਸੇਮ ਡਿਸਟੈਂਸ ਲਓ। ਠੀਕ ਹੈ, ਔਰ ਅੱਗੇ ਜੋ ਹੈ 2 ਜੋ ਹੈ ਮਾਰਕ ਕਰੋ। ਇੱਦਾਂ ਹੀ 3 4 5 6 7 ਜੋ ਹੈ ਮਾਰਕ ਕਰੋ। ਤੇ ਅਗਰ ਤੁਸੀਂ ਅੱਗੇ ਜਾਣਾ ਹੈ ਤਾਂ ਆਪਣੀ ਲਾਈਨ ਜੋ ਹੈ ਉਹ ਥੋੜੀ ਜਿਹੀ ਜੋ ਹੈ ਵਧਾ ਲਓ, ਯਾਨੀ ਕਿ ਇਨਕਰੀਜ਼ ਕਰ ਲਓ। ਹਾਂਜੀ, ਇਹ ਸੀ ਹੋਲ ਨੰਬਰਸ ਦੀ ਰਿਪਰੈਜ਼ੈਂਟੇਸ਼ਨ ਔਨ ਦਾ ਨੰਬਰ ਲਾਈਨ। ਵੈਸੇ ਤਾਂ ਅਸੀਂ ਨੰਬਰ ਲਾਈਨ ਦੇ ਉੱਪਰ ਐਡੀਸ਼ਨ, ਸਬਟਰੈਕਸ਼ਨ, ਮਲਟੀਪਲੀਕੇਸ਼ਨ ਅਤੇ ਡਿਵੀਜ਼ਨ ਕਰਨਾ ਹੈ, ਕਿਉਂਕਿ ਕੁਝ ਕੁਐਸਚਨਸ ਦਿੱਤੇ ਹੋਏ ਹੈ ਐਕਸਰਸਾਈਜ਼ ਦੇ ਵਿੱਚ। ਮੈਂ ਇੱਕ ਐਗਜ਼ਾਮਪਲ ਸਮਝਾ ਦਿੰਦਾ ਹਾਂ, ਉਸ ਤੋਂ ਬਾਅਦ ਫਿਰ ਅਸੀਂ ਆਪਣੀ ਐਕਸਰਸਾਈਜ਼ ਸਟਾਰਟ ਕਰਾਂਗੇ। ਜਿਵੇਂ ਇਹਨਾਂ ਨੇ ਕਿਹਾ ਹੈ ਵੀ 3+5 ਨੂੰ ਰਿਪਰੈਜ਼ੈਂਟ ਕਰੋ ਔਨ ਦਾ ਨੰਬਰ ਲਾਈਨ, ਤਾਂ ਸਟੈਪ ਵਾਈਜ਼ ਜੋ ਹੈ ਚੱਲਦੇ ਜਾਣਾ। ਦੇਖੋ ਵੀ ਡਰਾ ਇਹ ਨੰਬਰ ਲਾਈਨ, ਵੀ ਅਸੀਂ ਜੋ ਹੈ ਇੱਕ ਨੰਬਰ ਲਾਈਨ ਜੋ ਹੈ ਡਰਾ ਕਰ ਲਈ ਹੈ। ਦੇਖੋ ਇਹਨਾਂ ਨੇ ਕਿਹਾ ਸੀ 3+5 ਨੂੰ ਸਾਨੂੰ ਜੋ ਹੈ ਰਿਪਰੈਜ਼ੈਂਟ ਕਰਨਾ ਹੈ ਔਨ ਦਾ ਨੰਬਰ ਲਾਈਨ। ਠੀਕ ਹੈ, ਹਾਂਜੀ, ਤਾਂ ਅਸੀਂ ਕੀ ਕਰਾਂਗੇ ਐਂਡ ਮੂਵ 3 ਸਟੈਪਸ ਫਰੋਮ 0 ਟੂ ਦਾ ਰਾਈਟ। ਦੇਖੋ 3+5 ਕਿਆ ਹੈ ਨਾ, ਤਾਂ ਅਸੀਂ ਜੋ ਹੈ ਸਭ ਤੋਂ ਪਹਿਲਾਂ 0 ਤੋਂ ਇਸ ਤਰ੍ਹਾਂ, ਇਹ ਦੇਖੋ ਸਭ ਤੋਂ ਪਹਿਲਾਂ ਅਸੀਂ ਮਤਲਬ 3 ਦੇ ਉੱਪਰ ਜੋ ਹੈ ਆਵਾਂਗੇ। ਠੀਕ ਹੈ, 3 ਸਟੈਪਸ ਮੂਵ ਕਰਾਂਗੇ 0 ਤੋਂ ਟੂ ਦਾ ਰਾਈਟ। ਇਹ ਰਾਈਟ ਪਾਸਾ ਇਸ ਤਰਫ ਨੂੰ ਕਹਿੰਦੇ ਹਾਂ ਅਸੀਂ। ਐਂਡ ਮਾਰਕ ਦਿਸ ਪੁਆਇੰਟ ਐਜ਼ ਏ, ਇਹ ਦੇਖ ਸਕਦੇ ਹੋ ਤੁਸੀਂ ਵੀ ਇਹ 3 ਨੂੰ ਜੋ ਹੈ ਇਹਨਾਂ ਨੇ ਏ ਜੋ ਹੈ ਮਾਰਕ ਕੀਤਾ ਹੈ, ਪੁਆਇੰਟ ਏ। ਨਾਓ ਸਟਾਰਟਿੰਗ ਫਰੋਮ ਏ ਵੀ ਮੂਵ 5 ਸਟੈਪਸ ਟੁਵਾਰਡਸ ਰਾਈਟ ਐਂਡ ਅਰਾਈਵ ਐਟ ਬੀ।
ਹੁਣ ਦੇਖੋ ਸਾਡਾ ਸਵਾਲ ਕੀ ਸੀ ਵੀ ਅਸੀਂ 3 ਦੇ ਵਿੱਚ 5 ਐਡ ਕਰਨਾ ਸੀ। ਤਾਂ ਹੁਣ ਦੇਖੋ ਜੋ ਪੁਆਇੰਟ A ਹੈ, A ਵਾਲਾ, ਇੱਥੇ ਅਸੀਂ 3 ਤੱਕ ਪਹੁੰਚ ਚੁੱਕੇ ਹਾਂ। ਹੁਣ ਅਸੀਂ 5 ਜੋ ਹੈ ਅੱਗੇ ਐਡ ਕਰਨਾ ਹੈ। ਤਾਂ ਉਹਦੇ ਵਾਸਤੇ ਅਸੀਂ ਕੀ ਕਰਾਂਗੇ, ਇਹ ਜੋ ਤੁਸੀਂ ਗ੍ਰੀਨ ਵਾਲੇ ਸਟੈਪ ਦੇਖ ਰਹੇ ਹੋ ਨਾ, ਪਹਿਲਾ ਸਟੈਪ ਹੈ ਜੀ ਅਸੀਂ 3 ਤੋਂ 4 ਜਾ ਰਹੇ ਹਾਂ, ਫਿਰ 4 ਤੋਂ 5 ਗ੍ਰੀਨ ਵਾਲੇ ਸਟੈਪ ਨੋਟਿਸ ਕਰੋ, ਜੋ ਗ੍ਰੀਨ ਵਾਲੀ ਜੋ ਲਾइन है, फिर 5 टू 6, ठीक है, 3 स्टेप्स हो गए, 6 टू 7 4 स्टेप हो गया, ਤੇ 7 ਟੂ 8 ਇਹ ਹੋ ਗਿਆ 5th ਸਟੈਪ। ਤਾਂ ਅਸੀਂ ਦੇਖਦੇ ਹਾਂ ਵੀ ਅਸੀਂ ਜੋ ਹੈ ਪੁਆਇੰਟ B ਦੇ ਉੱਪਰ ਜੋ ਹੈ ਪਹੁੰਚ ਚੁੱਕੇ ਹਾਂ, ਤੇ ਪੁਆਇੰਟ B ਕੀ ਹੈ, ਉਹ 8 ਨੂੰ ਦਰਸਾ ਰਿਹਾ ਹੈ। ਹਾਂਜੀ, ਹੁਣ ਇਸ ਚੀਜ਼ ਨੂੰ ਦੇਖੋ ਜ਼ਰਾ, ਇਹ ਕਿੰਨਾ ਹੈ, ਮਤਲਬ ਇਸ ਦਾ ਨਾਮ ਉਹਨਾਂ ਨੇ ਰੱਖਿਆ ਹੈ, ਦੇਖੋ ਇਹ ਹੈ ਪੁਆਇੰਟ O, ਇਹ ਹੈ ਪੁਆਇੰਟ A, ਤਾਂ ਉਹਨਾਂ ਨੇ ਨਾਮ ਰੱਖਿਆ ਹੈ OA, ਠੀਕ ਹੈ। ਤੇ ਇਹਦੇ ਵਿੱਚ ਮਤਲਬ ਕਿੰਨਾ ਡਿਸਟੈਂਸ ਆ ਰਿਹਾ ਹੈ, 0 ਤੋਂ 1, 1 ਤੋਂ 2 ਅਤੇ 2 ਤੋਂ 3, 3 ਡਿਸਟੈਂਸ ਹੈ। ਤਾਂ ਉਹਨਾਂ ਨੇ 3 ਯੂਨਿਟ ਜੋ ਹੈ ਇਸ ਦੀ ਵੈਲਿਊ ਜੋ ਹੈ ਰੱਖ ਦਿੱਤੀ ਹੈ, OA ਇਕੁਅਲ ਟੂ 3। ਇਸ ਤੋਂ ਬਾਅਦ ਦੇਖੋ ਜੀ, ਇਸ ਤੋਂ ਬਾਅਦ ਜੋ A ਟੂ B ਡਿਸਟੈਂਸ ਹੈ, A ਟੂ B ਡਿਸਟੈਂਸ ਕਿਹੜਾ ਹੈ, ਦੇਖੋ A ਵਾਲਾ ਡਿਸਟੈਂਸ, ਹਾਂਜੀ ਦੇਖੋ ਨਾ, ਇਹ ਪੁਆਇੰਟ A ਹੈ, ਇਹ ਪੁਆਇੰਟ B ਹੈ। ਤਾਂ AB ਦੇ ਵਿੱਚ ਡਿਸਟੈਂਸ ਦੇਖੋ, 3 ਟੂ 4 1 ਹੋ ਗਿਆ, 4 ਟੂ 5 2 ਹੋ ਗਿਆ, 5 ਟੂ 6 3 ਹੋ ਗਿਆ, 6 ਟੂ 7 4 ਹੋ ਗਿਆ, ਅਤੇ 7 ਟੂ 8 5 ਹੋ ਗਿਆ। ਤਾਂ ਇਹਨਾਂ ਨੇ ਦੇਖੋ AB ਇਕੁਅਲ ਟੂ 5 ਲਿਖਿਆ ਹੈ, ਠੀਕ ਹੈ। ਹੁਣ ਅਸੀਂ ਜੋ OB ਵਾਲਾ ਜੋ ਡਿਸਟੈਂਸ ਹੈ, ਯਾਨੀ ਕਿ O ਤੋਂ ਲੈ ਕੇ B ਤੱਕ ਦਾ ਡਿਸਟੈਂਸ, ਇਹ ਕਿੰਨਾ ਹੈ, ਇਹ 8 ਹੈ, ਠੀਕ ਹੈ, 0 ਤੋਂ ਲੈ ਕੇ 8 ਤੱਕ। ਤਾਂ ਇਹ ਡਿਸਟੈਂਸ ਜੋ ਹੈ 8 ਹੋ ਗਿਆ। ਹਾਂਜੀ, ਹੈਂਸ OB ਇਜ਼ ਇਕੁਅਲ ਟੂ, ਸਾਨੂੰ OB ਹੀ ਜੋ ਹੈ ਫਾइंड आउट करना ਸੀ ना। देखो O ਤੋਂ A तक ਇਹ 3 ਹੋ ਗਿਆ, ਉਸ ਤੋਂ ਬਾਅਦ A टू B ਇਹ ਜੋ ਹੈ 5 ਹੋ ਗਿਆ। ਤਾਂ OB ਡਿਸਟੈਂਸ ਅਗਰ ਸਾਨੂੰ ਫਾइंड आउट करना ਹੈ ਤਾਂ ਇਟ ਮੀਨਸ 3 + 5, ਔਰ B ਦੇ ਉੱਪਰ ਜਾ ਕੇ ਸਾਨੂੰ ਵੈਲਿਊ ਕਿੰਨੀ ਮਿਲਦੀ ਹੈ, 8 ਮਿਲਦੀ ਹੈ। ਇਟ ਮੀਨਸ ਕਿ OB ਇਜ਼ ਇਕੁਅਲ ਟੂ 3 + 5 ਦੈਟ ਇਜ਼ ਇਕੁਅਲ ਟੂ 8। ਤਾਂ ਇੱਦਾਂ ਅਸੀਂ ਜੋ ਹੈ ਐਡੀਸ਼ਨ ਕਰਨਾ ਹੈ ਹੋਲ ਨੰਬਰਸ ਦਾ ਔਨ ਦਾ ਨੰਬਰ ਲਾਈਨ। क्वेश्चन नंबर 1 है जी, आंसर द फॉलोइंग क्वेश्चंस। ਇਹਦੇ ਵਿੱਚ A ਪਾर्ट है ਰਾਈਟ ਦ ਸਮਾਲੈਸਟ ਹੋਲ ਨੰਬਰ। ਤਾਂ ਤੁਸੀਂ ਆਪ ਹੀ ਦੱਸੋ ਵੀ ਇਹਦਾ ਆਨਸਰ ਕੀ ਹੋਏਗਾ, ਠੀਕ ਹੈ। ਅਸੀਂ ਹੋਲ ਨੰਬਰਸ ਪੜ੍ਹੇ ਹੈ, ਔਰ ਹੁਣੇ ਮੈਂ ਤੁਹਾਨੂੰ ਸਮਾਲੈਸਟ ਨੈਚੁਰਲ ਨੰਬਰ ਅਤੇ ਸਮਾਲੈਸਟ ਹੋਲ ਨੰਬਰ ਡਿਸਕਸ ਵੀ ਕੀਤਾ ਹੈ ਤੁਹਾਡੇ ਨਾਲ, ਠੀਕ ਹੈ। ਤਾਂ ਹੋਲ ਨੰਬਰ ਕਿਸ ਤੋਂ ਸਟਾਰਟ ਹੁੰਦੇ ਹੈ, 0 ਤੋਂ ਸਟਾਰਟ ਹੁੰਦੇ ਹੈ, ਜਿਸ ਤੋਂ ਸਟਾਰਟ ਹੁੰਦੇ ਹੈ ਉਹੀ ਸਮਾਲੈਸਟ ਹੁੰਦਾ ਹੈ, ਠੀਕ ਹੈ। ਰਾਈਟ ਦਾ ਸਮਾਲੈਸਟ ਹੋਲ ਨੰਬਰ, ਤਾਂ ਇਹਦਾ ਆਨਸਰ ਆ ਜਾਏਗਾ ਜੀ 0। 0 ਜੋ ਹੈ ਇਹਦਾ ਆਨਸਰ ਹੈ। ਵੀ ਸਭ ਤੋਂ ਛੋਟਾ ਜੋ ਹੋਲ ਨੰਬਰ ਹੈ ਉਹ ਕਿਹੜਾ ਹੈ, ਜਿਸ ਤੋਂ ਹੋਲ ਨੰਬਰ ਸ਼ੁਰੂ ਹੋ ਰਹੇ ਹੈ 0 0 1 2 3, ਠੀਕ ਹੈ। ਤਾਂ 0 ਜੋ ਹੈ ਉਹ ਆਨਸਰ ਹੈ। ਹਾਂਜੀ, B ਜੋ ਪਾਰਟ ਹੈ ਉਹਦੇ ਵਿੱਚ ਇਹਨਾਂ ਨੇ ਕਿਹਾ ਹੈ ਰਾਈਟ ਦਾ ਸਮਾਲੈਸਟ ਨੈਚੁਰਲ ਨੰਬਰ। ਤਾਂ ਜਿਵੇਂ ਅਸੀਂ ਸਮਾਲੈਸਟ ਹੋਲ ਨੰਬਰ 0 ਲਿਖਿਆ ਹੈ, जो नेचुरल नंबर है वो 1 तो स्टार्ट होंगे, तो स्मॉलेस्ट नेचुरल नंबर 1 हो जाएगा, ठीक है। हाँ जी, स्मॉलेस्ट नेचुरल नंबर इज इक्वल टू 1। सी पार्ट है जी, राइट द सक्सेसर ऑफ 0 इन होल नंबर्स। इन्होंने क्या है भी 0 ਦਾ ਸਕਸੈਸਰ ਜੋ ਹੈ ਲਿਖੋ ਹੋਲ ਨੰਬਰਸ ਦੇ ਵਿੱਚ। ਦੇਖੋ ਸਕਸੈਸਰ ਵਾਸਤੇ ਅਸੀਂ ਕੀ ਕਰਦੇ ਹੁੰਦੇ ਹਾਂ, ਅਸੀਂ ਇੱਕ ਜੋ ਹੈ ਐਡ ਕਰਦੇ ਹੁੰਦੇ ਹਾਂ, 1 ਜੋ ਹੈ ਐਡ ਕਰਦੇ ਹੁੰਦੇ ਹਾਂ। ਅਤੇ 0 ਦਾ ਸਕਸੈਸਰ ਉਹਨਾਂ ਨੇ ਕਿਹਾ ਹੈ, ਇਟ ਮੀਨਸ ਕਿ ਅਸੀਂ 0 ਦੇ ਵਿੱਚ +1 ਕਰ ਦਾਂਗੇ। ਤਾਂ 0 ਦਾ ਸਕਸੈਸਰ ਕੀ ਆਏਗਾ, 1। ਆਈ ਹੋਪ ਕਿ ਇਹ ਤੁਹਾਨੂੰ ਸਮਝ ਆ ਗਿਆ ਹੋਣਾ ਹੈ। ਸਕਸੈਸਰ ਆਫ 0, ਇਹਦੇ ਵਾਸਤੇ ਅਸੀਂ ਕੀ ਕਰਾਂਗੇ, +1 ਕਰ ਦਾਂਗੇ। ਤਾਂ 0 + 1 ਦੈਟ ਇਜ਼ ਇਕੁਅਲ ਟੂ 1। ਹਾਂਜੀ, ਡੀ ਪਾर्ट है जी, राइट द प्रीडिसेसर ऑफ 0 इन होल नंबर्स। देखो इसनों ना जरा ध्यान दे नाल समझना, इन्होंने क्या है भी होल नंबर्स ਦੇ ਵਿੱਚ 0 ਦਾ प्रीडिसेसर दसो। ਹੁਣ प्रीडिसेसर ਵਾਸਤੇ ਅਸੀਂ ਕਰਦੇ ਕੀ ਹੁੰਨੇ ਹਾਂ, ਅਸੀਂ -1 ਕਰਦੇ ਹੁੰਨੇ ਹਾਂ, ਪਰ ਇਹ ਤਾਂ ਫਿਰ ਆ ਜਾਏਗਾ 0 - 1 इज इक्वल टू -1।
ਜਦ ਕਿ ਜੋ ਮਾਈਨਸ ਵਾਲੇ ਜੋ ਨੰਬਰਸ ਹੈ ਉਹ ਤਾਂ ਇਹਦੇ ਵਿੱਚ ਹੋਲ ਨੰਬਰਸ ਦੇ ਵਿੱਚ ਆਉਂਦੇ ਹੀ ਨਹੀਂ ਹੈ, ਠੀਕ ਹੈ। ਜ਼ੀਰੋ ਤੋਂ ਪਹਿਲਾਂ ਕੋਈ ਵੀ ਜੋ ਹੈ ਪ੍ਰੀਡਿਸੈਸਰ ਹੋਲ ਨੰਬਰਸ ਦੇ ਵਿੱਚ ਹੁੰਦਾ ਹੀ ਨਹੀਂ ਹੈ। ਤਾਂ ਇਹਦਾ ਜੋ ਆਨਸਰ ਹੈ ਨਾ ਉਹ ਆਏਗਾ ਵੀ ਇਹ ਨੋਟ ਪੋਸੀਬਲ ਹੈ, ਕਿਉਂਕਿ ਪ੍ਰੀਡਿਸੈਸਰ ਵਾਸਤੇ ਤਾਂ ਅਸੀਂ -1 ਕਰਾਂਗੇ ਅਤੇ ਉਹ ਜੋ ਹੈ ਪੋਸੀਬਲ ਹੀ ਨਹੀਂ ਹੈ, ਕਿਉਂਕਿ ਆਨਸਰ ਫਿਰ -1 ਆਏਗਾ ਅਤੇ ਹੋਲ ਨੰਬਰਸ ਦੇ ਵਿੱਚ ਮਾਈਨਸ ਵਾਲੇ ਨੰਬਰਸ ਹੁੰਦੇ ਹੀ ਨਹੀਂ ਹੈ, ਠੀਕ ਹੈ। ਜੋ ਮਾਈਨਸ ਵਾਲਾ ਜੋ ਨੰਬਰਸ ਹੈ ਨਾ, ਮਾਈਨਸ ਵਾਲੇ, ਇਹ ਤੁਹਾਡੇ ਕੋਲ 7th ਕਲਾਸ ਦੇ ਵਿੱਚ ਮੇਰੇ ਖਿਆਲ ਤੋਂ ਸਟਾਰਟਿੰਗ ਹੋਏਗੀ। ਜੋ ਫਸਟ ਜੋ ਚੈਪਟਰ ਹੈ ਮੈਂ ਹੁਣੇ ਹੀ ਪੜ੍ਹਾਇਆ ਹੈ। ਅਗਰ ਕਿਸੇ ਨੇ ਸਮਝਣੇ ਹੈ ਮਾਈਨਸ ਵਾਲੇ ਨੰਬਰਸ ਤਾਂ ਇੰਟੀਜਰਸ ਚੈਪਟਰ ਹੈ, ਮਤਲਬ ਚੈਪਟਰ ਦਾ ਨਾਂ ਹੈ, ਠੀਕ ਹੈ। 7th ਕਲਾਸ ਦਾ ਪਹਿਲਾ ਹੀ ਚੈਪਟਰ ਹੈ। ਮੇਰੀ ਹੁਣੇ ਮਤਲਬ ਵੀਡੀਓ ਜੋ ਹੈ ਅਪਲੋਡ ਮੈਂ ਕੀਤੀ ਹੈ, ਠੀਕ ਹੈ, ਉਸ ਚੈਪਟਰ ਦੀ, ਤਾਂ ਦੇਖ ਸਕਦੇ ਹੋ ਤੁਸੀਂ ਉੱਥੇ ਜਾ ਕੇ। ਹਾਂਜੀ, ਰਾਈਟ ਦਾ ਪ੍ਰੀਡਿਸੈਸਰ ਆਫ ਜ਼ੀਰੋ ਇਨ ਹੋਲ ਨੰਬਰਸ। ਅਸੀਂ ਇਹਦਾ ਆਨਸਰ ਲਿਖਾਂਗੇ ਵੀ ਇਹਦਾ ਮਤਲਬ ਜੋ ਪ੍ਰੀਡਿਸੈਸਰ ਹੈ ਉਹ ਪੋਸੀਬਲ ਹੀ ਨਹੀਂ ਹੈ, ਨੋਟ ਪੋਸੀਬਲ, ਠੀਕ ਹੈ। ਮੈਂ NP ਲਿਖ ਰਿਹਾ ਹਾਂ। NP ਦਾ ਮਤਲਬ ਹੈ, N ਦਾ ਮਤਲਬ ਹੈ ਨੋਟ ਅਤੇ P ਦਾ ਮਤਲਬ ਹੈ ਪੋਸੀਬਲ, ਠੀਕ ਹੈ, ਨੋਟ ਪੋਸੀਬਲ। ਤੁਸੀਂ ਆਪਣਾ ਕੰਪਲੀਟ ਲਿਖਣਾ ਹੈ, ਠੀਕ ਹੈ, ਇਸ ਤਰ੍ਹਾਂ ਸ਼ੋਰਟ ਫੋਰਮ ਦੇ ਵਿੱਚ ਨਹੀਂ ਲਿਖਣਾ ਹੈ, ਨੋਟ ਪੋਸੀਬਲ। ਹਾਂਜੀ, E ਪਾਰਟ ਹੈ ਜੀ ਲਾਰਜੈਸਟ ਹੋਲ ਨੰਬਰ। ਇਹਦਾ ਆਨਸਰ ਵੀ ਜੋ ਹੈ ਦੇਖੋ ਨੋਟ ਪੋਸੀਬਲ ਹੀ ਆਏਗਾ। ਇਹਨਾਂ ਨੇ ਕੀ ਕਿਹਾ ਹੈ, ਲਾਰਜੈਸਟ ਹੋਲ ਨੰਬਰ। ਹੁਣ ਲਾਰਜੈਸਟ ਹੋਲ ਨੰਬਰ ਸਾਨੂੰ ਕਿਵੇਂ ਪਤਾ ਚੱਲੇਗਾ, ਠੀਕ ਹੈ। ਦੇਖੋ ਹੋਲ ਨੰਬਰਸ 0 ਤੋਂ ਜੋ ਹੈ ਸਟਾਰਟ ਹੁੰਦੇ ਹੈ। 0 1 2 3 4 5 6 7 8 9 10 11 ਇਵੇਂ ਹੀ ਅੱਗੇ ਕੰਟੀਨਿਊ ਨੇ। ਹੁਣ 100 ਵੀ ਹੋਲ ਨੰਬਰ ਹੈ, 1000 ਵੀ ਹੈ, ਉਸ ਤੋਂ ਬਾਅਦ 10,000 ਹੈ, ਫਿਰ 1 ਲੱਖ ਹੈ, ਫਿਰ 10 lakhs ਹੈ, ਫਿਰ ਉਸ ਤੋਂ ਬਾਅਦ 1 ਕਰੋੜ ਹੈ, ਫਿਰ 10 ਕਰੋੜ ਹੈ, ਫਿਰ 100 ਕਰੋੜ ਹੈ। ਇੱਦਾਂ ਹੀ ਜੋ ਲਾਰਜੈਸਟ ਹੋਲ ਨੰਬਰ ਹੈ ਨਾ, ਸਾਨੂੰ ਨਹੀਂ ਪਤਾ ਵੀ ਉਸਦਾ ਵੈਲਿਊ, ਉਸਦੀ ਵੈਲਿਊ ਕੀ ਹੈ, ਠੀਕ ਹੈ, ਕਿਉਂਕਿ ਕਾਊਂਟਿੰਗ ਜੋ ਹੈ ਉਹ ਮਤਲਬ ਲਿਮਿਟਿਡ ਹੈ। ਇਨਫਾਨਾਈਟ ਤੱਕ ਜੋ ਹੈ ਨੰਬਰਸ ਜਾ ਸਕਦੇ ਹੈ। ਇਨਫਾਨਾਈਟ ਹੁੰਦਾ ਹੈ ਜਿਸ ਨੂੰ ਅਸੀਂ ਕਾਊਂਟ ਨਾ ਕਰ ਸਕੀਏ ਜਾਂ ਬਹੁਤ ਹੀ ਲਾਰਜ ਨੰਬਰ ਜੋ ਕਿ ਹਾਲੇ ਤੱਕ ਕੈਲਕੂਲੇਟਿਡ ਨਹੀਂ ਹੈ, ਜੋ ਕਿ ਹਾਲੇ ਤੱਕ ਕਾਊਂਟਿਡ ਨਹੀਂ ਹੈ। ਤਾਂ ਇਹਦਾ ਆਨਸਰ ਵੀ ਜੋ ਹੈ ਉਹ ਨੋਟ ਪੋਸੀਬਲ ਆਏਗਾ। ਸਭ ਤੋਂ ਵੱਡਾ ਜੋ ਲਾਰਜੈਸਟ ਹੋਲ ਨੰਬਰ ਕਿਹੜਾ ਹੈ, ਇਹ ਅਸੀਂ ਜੋ ਹੈ ਹਾਲੇ ਤੱਕ ਕਾਊਂਟ ਜਾਂ ਕੈਲਕੂਲੇਟ ਨਹੀਂ ਕੀਤਾ ਹੈ। ਹਾਂਜੀ, ਲਾਰਜੈਸਟ ਹੋਲ ਨੰਬਰ ਇਜ਼ ਨੋਟ ਪੋਸੀਬਲ। ਇਹ ਵੀ ਜੋ ਹੈ ਪੋਸੀਬਲ ਨਹੀਂ ਹੈ। ਸੈਕਿੰਡ ਕੁਐਸਚਨ ਹੈ ਜੀ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਟਰੂ ਐਂਡ ਵਿਚ ਆਰ ਫਾਲਸ। ਹਾਂਜੀ, ਇਹ ਟਰੂ ਔਰ ਫਾਲਸ ਨੇ। ਇਹਦੇ ਵਿੱਚ ਇਹ ਪਾਰਟ ਹੈ ਜੀ, 0 ਇਜ਼ ਦਾ ਸਮਾਲੈਸਟ ਨੈਚੁਰਲ ਨੰਬਰ। ਸਾਨੂੰ ਦੱਸਣਾ ਹੈ ਵੀ ਇਹ ਟਰੂ ਹੈ ਜਾਂ ਫਾਲਸ ਹੈ। ਪਹਿਲਾ ਹੈ ਜੀ, 0 ਇਜ਼ ਦਾ ਸਮਾਲੈਸਟ ਨੈਚੁਰਲ ਨੰਬਰ। ਨੈਚੁਰਲ ਨੰਬਰਸ ਦੇ ਵਿੱਚ 0 ਆਉਂਦਾ ਹੀ ਨਹੀਂ ਹੈ, ਠੀਕ ਹੈ, ਤਾਂ ਇਹ ਤਾਂ ਜੋ ਹੈ ਫਾਲਸ ਹੋ ਗਿਆ। 0 ਇਜ਼ ਨੋਟ ਦਾ ਸਮਾਲੈਸਟ ਨੈਚੁਰਲ ਨੰਬਰ, ਕਿਉਂਕਿ 0 ਆਉਂਦਾ ਹੀ ਨਹੀਂ ਹੈ। ਨੈਚੁਰਲ ਨੰਬਰਸ ਤਾਂ 1 ਤੋਂ ਸਟਾਰਟ ਹੁੰਦੇ ਹੈ। 0 ਇਜ਼ ਦਾ ਸਮਾਲੈਸਟ ਹੋਲ ਨੰਬਰ, ਇਹ ਜੋ ਹੈ ਟਰੂ ਹੈ, ਕਿਉਂਕਿ ਹੋਲ ਨੰਬਰਸ 0 ਤੋਂ ਸਟਾਰਟ ਹੁੰਦੇ ਨੇ, ਤਾਂ 0 ਜੋ ਹੈ ਉਹ ਸਮਾਲੈਸਟ ਹੋਲ ਨੰਬਰ ਹੈ। ਇਹ ਜੋ ਹੈ ਟਰੂ ਹੈ। ਸੀ ਪਾਰਟ ਹੈ ਜੀ, ਐਵਰੀ ਹੋਲ ਨੰਬਰ ਇਜ਼ ਏ ਨੈਚੁਰਲ ਨੰਬਰ। ਵੀ ਜਿੰਨੇ ਵੀ ਹੋਲ ਨੰਬਰਸ ਨੇ ਉਹ ਸਾਰੇ ਦੇ ਸਾਰੇ ਜੋ ਹੈ ਉਹ ਨੈਚੁਰਲ ਨੰਬਰਸ ਨੇ, ਠੀਕ ਹੈ। ਐਵਰੀ ਹੋਲ ਨੰਬਰ ਇਜ਼ ਏ ਨੈਚੁਰਲ ਨੰਬਰ। ਤਾਂ ਦੇਖੋ ਇਹ ਰੋਂਗ ਹੈ। ਇਹਦਾ ਰੀਜ਼ਨ ਕੀ ਹੈ ਵੀ ਜੋ 0 ਹੈ, ਹੋਲ ਨੰਬਰਸ ਦੇ ਵਿੱਚ 0 ਆਉਂਦਾ ਹੈ, ਠੀਕ ਹੈ, ਪਰ ਉਹ ਨੈਚੁਰਲ ਨੰਬਰ ਤਾਂ ਹੈ ਨਹੀਂ ਹੈ। ਸਮਝ ਰਹੇ ਹੋ ਨਾ। ਇਹਨਾਂ ਨੇ ਕਿਹਾ ਹੈ ਵੀ ਹਰ ਇੱਕ ਹੋਲ ਨੰਬਰ ਜੋ ਹੈ ਉਹ ਨੈਚੁਰਲ ਨੰਬਰ ਹੈ। ਨਹੀਂ, ਕਿਉਂਕਿ ਹੋਲ ਨੰਬਰ ਦੇ ਵਿੱਚ 0 ਆਉਂਦਾ ਹੈ ਪਰ ਉਹ ਨੈਚੁਰਲ ਨੰਬਰ ਨਹੀਂ ਹੈ, ਤਾਂ ਇਹ ਜੋ ਹੈ ਫਾਲਸ ਹੈ। ਹਾਂਜੀ, ਡੀ ਪਾਰਟ ਹੈ ਜੀ, ਐਵਰੀ ਨੈਚੁਰਲ ਨੰਬਰ ਇਜ਼ ਏ ਹੋਲ ਨੰਬਰ। ਹੁਣ ਇਹ ਮਤਲਬ ਇਸ ਤਰ੍ਹਾਂ ਕਹਿ ਰਹੇ ਹੈ ਵੀ ਜਿੰਨੇ ਵੀ ਨੈਚੁਰਲ ਨੰਬਰ ਹੈ ਉਹ ਸਾਰੇ ਦੇ ਸਾਰੇ ਹੋਲ ਨੰਬਰ ਹੈ। ਇਹ ਟਰੂ ਹੈ, ਕਿਉਂਕਿ ਨੈਚੁਰਲ ਨੰਬਰ 1 ਤੋਂ ਸਟਾਰਟ ਹੁੰਦੇ ਨੇ, ਠੀਕ ਹੈ, 1 2 3 4 5 6,
ਤੇ ਇਹ ਸਾਰੇ ਦੇ ਸਾਰੇ ਨੰਬਰਸ ਜੋ ਹੈ ਹੋਲ ਨੰਬਰ ਦੇ ਵਿੱਚ ਆਉਂਦੇ ਨੇ, ਠੀਕ ਹੈ। ਇਹ ਜੋ ਹੈ ਟਰੂ ਹੈ। ਨੈਚੁਰਲ ਨੰਬਰ ਤਾਂ 1 ਤੋਂ ਸਟਾਰਟ ਹੁੰਦੇ ਨੇ ਨਾ, ਤੇ ਜੋ ਹੋਲ ਨੰਬਰ ਹੈ ਉਹਦੇ ਵਿੱਚ ਵੀ ਮਤਲਬ ਜੋ ਕਾਊਂਟਿੰਗ ਨੰਬਰਸ ਹੈ ਉਹ ਤਾਂ ਆ ਹੀ ਜਾਂਦੇ ਹੈ 1 2 3 4 5, ਠੀਕ ਹੈ। 0 ਐਕਸਟਰਾ ਆ ਜਾਂਦਾ ਹੈ, ਪਰ ਇਹਨਾਂ ਦਾ ਕੁਐਸਚਨ ਇਹ ਸੀ ਵੀ ਨੈਚੁਰਲ ਨੰਬਰ ਕੀ ਹੋਲ ਨੰਬਰ ਹੁੰਦੇ ਹੈ, ਤਾਂ ਜਿੰਨੇ ਵੀ ਨੈਚੁਰਲ ਨੰਬਰ ਹੈ ਉਹ ਹੋਲ ਨੰਬਰ ਦੇ ਅੰਦਰ ਹੀ ਆਉਂਦੇ ਹੈ, ਠੀਕ ਹੈ। ਇਹ ਟਰੂ ਹੈ। ਹਾਂਜੀ, ਈ ਪਾਰਟ ਹੈ ਜੀ 1 ਇਜ਼ ਦਾ ਸਮਾਲੈਸਟ ਹੋਲ ਨੰਬਰ। ਇਹ ਫੋਲਸ ਹੈ ਕਿਉਂਕਿ ਗੱਲ ਹੋ ਰਹੀ ਹੈ ਹੋਲ ਨੰਬਰ ਦੀ, ਤਾਂ ਸਮਾਲੈਸਟ ਤਾਂ ਹੋਲ ਨੰਬਰ ਉਹ 0 ਹੈ, ਇਹ ਫੋਲਸ ਹੈ। नेक्स्ट है द नेचुरल नंबर 1 हैज़ नो प्रीडिसेसर इन नेचुरल नंबर्स। ये बिल्कुल सही है, क्योंकि देखो ना इन्होंने क्या है भी द नेचुरल नंबर 1 हैज़ नो प्रीडिसेसर इन नेचुरल नंबर्स। हुण 1 जो है वो स्मॉलेस्ट नेचुरल नंबर है, सब तो छोटा जो है वो नेचुरल नंबर है। तो अगर वो सब तो छोटा है तो उस तो पहले कोई है ही नहीं है, ठीक है। 1 ਤੋਂ ਪਹਿਲਾਂ ਕੋਈ ਵੀ ਨੈਚੁਰਲ ਨੰਬਰ ਹੈ ਹੀ ਨਹੀਂ ਹੈ, ਤੇ ਪ੍ਰੀਡਿਸੈਸਰ ਵਾਸਤੇ ਅਸੀਂ -1 ਕਰਨਾ ਹੁੰਦਾ ਹੈ, ਯਾਨੀ ਕਿ ਇੱਕ ਪਿੱਛੇ ਜਾਣਾ ਹੁੰਦਾ ਹੈ। ਜਦ ਅਸੀਂ ਆਖਰੀ ਜਾਂ ਸ਼ੁਰੂਆਤ ਵਾਲੇ ਜੋ ਨੰਬਰ 'ਤੇ ਅਸੀਂ ਮਤਲਬ ਖੜੇ ਹਾਂ, ਠੀਕ ਹੈ, ਜਿਵੇਂ 1 'ਤੇ ਹਾਂ, ਤਾਂ ਉਸ ਤੋਂ ਪਹਿਲਾਂ ਕੋਈ ਨੰਬਰ ਐਗਜ਼ਿਸਟ ਨਹੀਂ ਕਰਦਾ ਨੈਚੁਰਲ ਨੰਬਰਸ ਦੇ ਵਿੱਚ, ਤਾਂ ਫਿਰ ਉਹਦਾ ਪ੍ਰੀਡਿਸੈਸਰ ਕਿਵੇਂ ਹੋਏਗਾ ਕੋਈ, ਠੀਕ ਹੈ। ਪ੍ਰੀਡਿਸੈਸਰ ਅਸੀਂ ਕਿਵੇਂ ਕੱਢਦੇ ਹੁੰਦੇ ਹਾਂ, -1 ਕਰਕੇ। ਅਗਰ 2 ਹੁੰਦਾ, 2 ਦਾ ਅਸੀਂ ਪ੍ਰੀਡਿਸੈਸਰ ਕੱਢ ਸਕਦੇ ਸੀ -1 ਕਰਕੇ। 2 - 1 दैट इज इक्वल टू 1। ਤਾਂ 2 ਦਾ ਪ੍ਰੀਡਿਸੈਸਰ ਤਾਂ 1 ਹੋ ਸਕਦਾ ਹੈ, ਪਰ 1 ਦਾ ਪ੍ਰੀਡਿਸੈਸਰ ਨਹੀਂ ਆ ਸਕਦਾ, ਕਿਉਂਕਿ 1 - 1 ਉਹ ਜੋ ਹੈ ਇਕੁਅਲ ਟੂ 0 ਆ ਜਾਏਗਾ, ਅਤੇ 0 ਜੋ ਹੈ ਉਹ ਨੈਚੁਰਲ ਨੰਬਰਸ ਦੇ ਵਿੱਚ ਹੁੰਦਾ ਹੀ ਨਹੀਂ ਹੈ, ਠੀਕ ਹੈ। ਤਾਂ ਨੈਚੁਰਲ ਨੰਬਰ 1 ਹੈਜ਼ ਨੋ ਪ੍ਰੀਡਿਸੈਸਰ ਇਨ ਨੈਚੁਰਲ ਨੰਬਰਸ, ਇਹ ਜੋ ਹੈ ਟਰੂ ਹੈ। ਨੈਕਸਟ ਹੈ ਦ ਹੋਲ ਨੰਬਰ 1 ਹੈਜ਼ ਨੋ ਪ੍ਰੀਡਿਸੈਸਰ ਇਨ ਹੋਲ ਨੰਬਰਸ। ਹੁਣ ਇਹ ਜੋ ਹੈ ਰੋਂਗ ਹੈ। ਦੇਖੋ ਇਹਨਾਂ ਨੇ ਕਿਹਾ ਹੈ ਵੀ ਹੋਲ ਨੰਬਰਸ ਦੇ ਵਿੱਚ ਜੋ 1 ਹੈ, ਹੋਲ ਨੰਬਰ 1 ਦਾ ਕੋਈ ਪ੍ਰੀਡਿਸੈਸਰ ਨਹੀਂ ਹੈ, ਜਦ ਕਿ ਅਗਰ ਅਸੀਂ ਪ੍ਰੀਡਿਸੈਸਰ ਵਾਸਤੇ ਦੇਖੋ 1 - 1 ਕਰਾਂਗੇ, ਕਿਉਂਕਿ ਪ੍ਰੀਡਿਸੈਸਰ ਵਾਸਤੇ ਅਸੀਂ ਕੀ ਕਰਦੇ ਹੁੰਦੇ ਹਾਂ, -1 ਹੀ ਕਰਦੇ ਹਾਂ ਨਾ। ਤਾਂ ਹੋਲ ਨੰਬਰ 1 ਦਾ ਅਗਰ ਪ੍ਰੀਡਿਸੈਸਰ ਅਗਰ ਅਸੀਂ ਫਾਈਂਡ ਆਊਟ ਕਰਨਾ ਹੈ, ਤਾਂ 1 ਦੇ ਵਿੱਚੋਂ -1 ਕਰਾਂਗੇ, ਆਨਸਰ ਆਏਗਾ 0। ਤਾਂ 0 ਤਾਂ ਹੋਲ ਨੰਬਰਸ ਦੇ ਵਿੱਚ ਹੁੰਦਾ ਹੈ। ਇਹ ਕਹਿ ਰਹੇ ਆ ਵੀ ਦ ਹੋਲ ਨੰਬਰ 1 ਹੈਜ਼ ਨੋ ਪ੍ਰੀਡਿਸੈਸਰ ਇਨ ਹੋਲ ਨੰਬਰਸ। ਤਾਂ ਹੋਲ ਨੰਬਰਸ ਦੇ ਵਿੱਚ 0 ਤਾਂ ਹੁੰਦਾ ਹੈ, ਠੀਕ ਹੈ। ਇਹ ਕਹਿ ਰਹੇ ਆ ਵੀ ਨਹੀਂ ਹੈ, ਤਾਂ ਇਹ ਜੋ ਹੈ ਫੋਲਸ ਹੈ। नेक्स्ट है जी सक्सेसर ऑफ द लार्जेस्ट 2 डिजिट नंबर इज स्मॉलेस्ट 3 डिजिट नंबर। ਹੁਣ ਇਸ ਨੂੰ ਨਾ ਜ਼ਰਾ ਸਮਝੋ ਵੀ ਕਹਿ ਕੀ ਰਹੇ ਹੈ। ਲਾਰਜੈਸਟ 2 ਡਿਜਿਟ ਨੰਬਰ ਮੈਂ ਪਹਿਲਾਂ ਵੀ ਸਮਝਾਇਆ ਹੋਇਆ ਹੈ ਵੀ ਜਦ ਵੀ ਤੁਸੀਂ ਲਾਰਜੈਸਟ ਕੋਈ ਵੀ ਡਿਜਿਟਸ ਵਾਲਾ ਨੰਬਰ ਬਣਾਉਣਾ ਹੁੰਦਾ ਹੈ, ਤਾਂ ਲਾਰਜੈਸਟ ਵਾਸਤੇ ਅਸੀਂ ਹਮੇਸ਼ਾ ਜੋ ਲਾਰਜੈਸਟ ਡਿਜਿਟ ਹੈ ਨਾ ਉਹ ਯੂਜ਼ ਕਰਦੇ ਹਾਂ। ਹੁਣ ਇੱਥੇ ਕਿੰਨੇ ਡਿਜਿਟ ਵਾਲਾ ਕਹਿ ਰਹੇ ਹੈ, 2 ਡਿਜਿਟਸ ਵਾਲਾ, ਤਾਂ ਇਟ ਮੀਨਸ ਕਿ ਅਸੀਂ 9 ਜੋ ਹੈ ਉਹ 2 ਟਾਈਮਸ ਯੂਜ਼ ਕਰਾਂਗੇ, ਠੀਕ ਹੈ। 2 ਡਿਜਿਟ ਨੰਬਰ ਦੀ ਗੱਲ ਹੋ ਰਹੀ ਹੈ ਨਾ, ਇਸ ਕਰਕੇ ਅਸੀਂ ਜੋ ਲਾਰਜੈਸਟ ਡਿਜਿਟ ਹੈ 9 ਉਸਦਾ 2 ਟਾਈਮਸ ਯੂਜ਼ ਕੀਤਾ ਹੈ। ਇਹਨਾਂ ਨੇ ਕਿਹਾ ਹੈ ਸਕਸੈਸਰ ਆਫ ਦਾ ਲਾਰਜੈਸਟ 2 ਡਿਜਿਟ ਨੰਬਰ ਇਜ਼ ਸਮਾਲੈਸਟ 3 ਡਿਜਿਟ ਨੰਬਰ। ਹੁਣ ਸਮਾਲੈਸਟ 3 ਡਿਜਿਟ ਨੰਬਰ ਕੀ ਹੁੰਦਾ ਹੈ, ਦੇਖੋ ਸਭ ਤੋਂ ਸਮਾਲੈਸਟ ਜੋ ਡਿਜਿਟ ਹੈ ਉਹ 0 ਹੈ। 1s ਪਲੇਸ 'ਤੇ 0 ਆ ਗਿਆ, 10s ਪਲੇਸ 'ਤੇ 0 ਆ ਗਿਆ, ਸਾਨੂੰ 3 ਡਿਜਿਟ ਯੂਜ਼ ਕਰਨੇ ਹੈ। ਦੇਖੋ ਥਰਡ ਜੋ ਮਤਲਬ 100 ਜੋ ਪਲੇਸ ਹੈ ਨਾ ਉਸ ਦੇ ਉੱਪਰ ਅਸੀਂ 0 ਨਹੀਂ ਯੂਜ਼ ਕਰ ਸਕਦੇ। 0 ਹਾਲਾਂਕਿ ਸਮਾਲੈਸਟ ਡਿਜਿਟ ਹੁੰਦਾ ਹੈ, ਪਰ ਥਰਡ ਜੋ ਪਲੇਸ ਹੈ ਜੋ 100 ਦਾ ਹੈ ਉਸ 'ਤੇ ਅਸੀਂ 0 ਨਹੀਂ ਯੂਜ਼ ਕਰ ਸਕਦੇ, ਕਿਉਂਕਿ 0 ਦੇ ਨਾਲ ਫਿਰ ਇਸ ਨੰਬਰ ਦੀ ਕੋਈ ਵੈਲਿਊ ਨਹੀਂ ਰਹੇਗੀ। ਅਗਰ ਤਿੰਨੋਂ ਹੀ 0 ਆ ਜਾਣਗੇ ਨਾ, ਇੱਥੇ 0 ਲਿਖ ਦਿੰਦੇ ਹਾਂ, ਫਿਰ 0 0 0 ਇਵੇਂ ਦਾ ਕੋਈ ਨੰਬਰ ਹੁੰਦਾ ਹੀ ਨਹੀਂ ਹੈ ਮੈਥਮੈਟਿਕਸ ਦੇ ਵਿੱਚ, ਠੀਕ ਹੈ। ਇਟ ਮੀਨਸ ਕਿ ਸਾਨੂੰ 0 ਤੋਂ ਅੱਗੇ ਜੋ ਸਮਾਲਰ ਜੋ ਡਿਜਿਟ ਹੈ ਉਹਦਾ ਯੂਜ਼ ਕਰਨਾ ਪਏਗਾ, ਉਹ ਹੈ 1। ਹਾਂਜੀ, ਤਾਂ ਸਮਾਲੈਸਟ 3 ਡਿਜਿਟ ਨੰਬਰ ਹੈ 100 ਅਤੇ ਲਾਰਜੈਸਟ 2 ਡਿਜਿਟ ਨੰਬਰ ਹੈ 99। ਇਹਨਾਂ ਦਾ ਸਵਾਲ ਇਹ ਸੀ ਵੀ ਸਕਸੈਸਰ
ਵੀ 99 ਦਾ ਸਕਸੈਸਰ ਉਹ ਜੋ ਹੈ ਸਮਾਲੈਸਟ 3 ਡਿਜਿਟ ਨੰਬਰ ਹੋਏਗਾ, ਯਾਨੀ ਕਿ 100 ਹੋਏਗਾ। ਬਿਲਕੁਲ ਸਹੀ ਹੈ। ਹੁਣ ਅਗਰ ਇਸੀ 99 ਦੇ ਵਿੱਚ ਦੇਖੋ ਸਕਸੈਸਰ ਦੀ ਗੱਲ ਹੋ ਰਹੀ ਹੈ ਨਾ, ਤਾਂ ਸਕਸੈਸਰ ਵਾਸਤੇ ਅਗਰ 99 ਦੇ ਵਿੱਚ ਅਸੀਂ +1 ਕਰਾਂਗੇ, ਇੱਕ ਜੋੜਾਂਗੇ, 1 ਐਡ ਕਰਾਂਗੇ ਤਾਂ ਇਹ 100 ਆਏਗਾ। ਤੇ ਇਹ ਵਾਲਾ 100 ਤਾਂ ਫਿਰ ਇਸੀ 100 ਦੇ ਬਰਾਬਰ ਹੈ, ਠੀਕ ਹੈ, ਸਮਾਲੈਸਟ 3 ਡਿਜਿਟ ਨੰਬਰ ਦੇ। ਤਾਂ 99 ਦਾ ਜੋ ਅਗੇਤਰ ਹੈ, ਅਗੇਤਰ ਸੰਖਿਆ ਹੈ ਸਕਸੈਸਰ, ਠੀਕ ਹੈ, ਉਹ ਜੋ ਹੈ 100 ਹੁੰਦਾ ਹੈ। ਤਾਂ ਇਹ ਜੋ ਹੈ ਟਰੂ ਹੈ। ਸਕਸੈਸਰ ਵਾਸਤੇ ਅਸੀਂ 99 ਦੇ ਵਿੱਚ 1 ਐਡ ਕੀਤਾ ਜੋ ਕਿ 100 ਦੇ ਇਕੁਅਲ ਆਇਆ, ਔਰ ਉਹ ਉਹੀ ਕਹਿ ਰਹੇ ਹੈ ਵੀ 99 ਦਾ ਸਕਸੈਸਰ ਜੋ ਹੈ ਉਹ ਸਮਾਲੈਸਟ 3 ਡਿਜਿਟ ਨੰਬਰ ਹੋਏਗਾ। ਸਮਾਲੈਸਟ 3 ਡਿਜਿਟ ਨੰਬਰ ਵੀ ਜੋ ਹੈ ਉਹ 100 ਹੀ ਹੁੰਦਾ ਹੈ, ਠੀਕ ਹੈ। ਇਟ ਮੀਨਸ ਕਿ ਇਹ ਜੋ ਹੈ ਟਰੂ ਹੈ। आई पार्ट है जी, द सक्सेसर ऑफ ए 2 डिजिट नंबर इज ऑलवेज अ 2 डिजिट नंबर। इन्होंने क्या है, द सक्सेसर ऑफ ए 2 डिजिट नंबर भी इज ऑलवेज अ 2 डिजिट नंबर। नहीं, ये फॉल्स है। हुणे तो असी जो है 2 डिजिट नंबर का सक्सेसर कढ़िया है 99, जो कि एक मिनट चला, द सक्सेसर ऑफ ए 2 डिजिट नंबर इज ऑलवेज, हाँ ਜਿਵੇਂ ਅਸੀਂ 99 ਲੈਂਦੇ ਹਾਂ, ਠੀਕ ਹੈ, ਤੇ ਇਹਦਾ ਸਕਸੈਸਰ ਅਗਰ ਅਸੀਂ ਦੇਖਦੇ ਹਾਂ 99 ਦੇ ਵਿੱਚ 1 ਐਡ ਕਰਾਂਗੇ ਸਕਸੈਸਰ ਵਾਸਤੇ, ਤਾਂ ਇਹਦੇ ਵਿੱਚ ਤਾਂ ਫਿਰ 100 ਦੇ ਵਿੱਚ ਤਾਂ 3 ਡਿਜਿਟਸ ਆ ਰਹੇ ਹੈ। ਇਹ ਕਹਿ ਰਹੇ ਹੈ ਵੀ ਜੋ 2 ਡਿਜਿਟ ਨੰਬਰ ਹੈ, ਠੀਕ ਹੈ, ਉਸ ਦਾ ਸਕਸੈਸਰ ਆਲਵੇਜ਼ ਵੀ ਹਮੇਸ਼ਾ ਜੋ ਹੈ ਉਹ 2 ਡਿਜਿਟ ਨੰਬਰ ਵਾਲਾ ਹੀ ਜੋ ਹੈ ਮਤਲਬ ਨੰਬਰ ਆਏਗਾ। ਇਹ ਇਸ ਤਰ੍ਹਾਂ ਕਹਿ ਰਹੇ ਹੈ। ਨਹੀਂ, ਕਿਉਂਕਿ 99 ਜੋ ਹੈ ਉਹ ਇੱਕ 2 ਡਿਜਿਟ ਨੰਬਰ ਹੈ। ਉਸ ਦੇ ਸਕਸੈਸਰ ਵਾਸਤੇ ਅਸੀਂ ਅਗਰ +1 ਕਰਦੇ ਹਾਂ 99 ਦੇ ਵਿੱਚ, ਤਾਂ ਜੋ ਨੰਬਰ ਆਉਂਦਾ ਹੈ ਉਹਦੇ ਵਿੱਚ ਤਾਂ 3 ਡਿਜਿਟਸ ਆ ਰਹੇ ਹੈ, ਜਿਵੇਂ ਕਿ 100 ਆ ਰਿਹਾ ਹੈ। ਤਾਂ ਇਹ ਤਾਂ 2 ਡਿਜਿਟਸ ਵਾਲਾ ਨੰਬਰ ਨਹੀਂ ਆ ਰਿਹਾ ਹੈ। ਇਟ ਮੀਨਸ ਕਿ ਇਹ ਜੋ ਹੈ ਫੋਲਸ ਹੈ। ਜੋ ਆਈ ਪਾर्ट है ਇਹਦਾ ਆਂਸਰ ਫੋਲਸ ਹੈ। नेक्स्ट है जी, 300 इज द प्रीडिसेसर ऑफ 299। देखो इन्होंने क्या है भी जो 300 है वो 299 का प्रीडिसेसर है। देखो अगर ਅਸੀਂ 299 ਦੇ ਵਿੱਚੋਂ -1 ਕਰਾਂਗੇ ਤਾਂ ਆਂਸਰ ਆਏਗਾ 298, ਠੀਕ ਹੈ। ਤੇ ਇਹ ਕਹਿ ਰਹੇ 300 ਹੈ ਪ੍ਰੀਡਿਸੈਸਰ, ਤਾਂ ਇਹ ਫਾਲਸ ਹੈ। 299 ਦਾ ਸਕਸੈਸਰ ਜ਼ਰੂਰ ਹੈ 300, ਠੀਕ ਹੈ। ਸਕਸੈਸਰ ਕਹਿ ਦਿੰਦੇ ਫਿਰ ਉਹਦੇ ਵਾਸਤੇ ਅਸੀਂ +1 ਕਰਕੇ ਮਤਲਬ ਜੋ ਹੈ 300 ਬਣਾ ਸਕਦੇ ਸੀ, ਪਰ ਇਹਨਾਂ ਨੇ ਪ੍ਰੀਡਿਸੈਸਰ ਕਿਹਾ ਹੈ, ਫਿਰ ਉਹਦੇ ਵਾਸਤੇ ਤਾਂ ਸਾਨੂੰ 299 ਦੇ ਵਿੱਚੋਂ -1 ਕਰਨਾ ਪਏਗਾ। -1 ਕਰਕੇ ਸਾਡਾ ਆਂਸਰ ਆਏਗਾ 298, 298, ਠੀਕ ਹੈ। ਇਹ ਫਾਲਸ ਹੈ। नेक्स्ट है जी, 500 इज द सक्सेसर ऑफ 499। सही है, क्योंकि अगर ਅਸੀਂ 499 ਦੇ ਵਿੱਚ सक्सेसर क्या है ना +1 करांगे तो 9 + 1 10 हो जाएगा, 1 कैरी हो गया, 9 + 1 10, 1 कैरी हो गया, 4 + 1 5। तो 499 का जो सक्सेसर है वो जो है 500 है, ठीक है। 499 का जो अगेतर जो संख्या है सक्सेसर वो 500 है। ये ट्रू है, ठीक है। हाँ जी, लास्ट पार्ट है जी, द प्रीडिसेसर ऑफ ए 2 डिजिट नंबर इज नेवर अ सिंगल डिजिट नंबर। इन्होंने क्या है भी जो 2 डिजिट वाला जो नंबर होंदा है उसका प्रीडिसेसर मतलब असी जो है -1 करांगे, ठीक है भी वो जो है कभी भी मतलब नेवर क्या है ना, नेवर मीनस होंदा है भी मतलब कभी हो ही नहीं सकता, नेवर ए सिंगल डिजिट नंबर। ਹੁਣ ਮੈਂ ਦੱਸ ਦਿੰਦਾ ਵੀ ਇਹ ਫੋਲਸ ਕਿਵੇਂ ਹੈ। ਦੇਖੋ ਅਸੀਂ 2 ਡਿਜਿਟ ਨੰਬਰ ਦਿੱਤਾ ਹੈ 10 ਦੇ ਵਿੱਚ 2 ਡਿਜਿਟਸ ਹੁੰਦੀਆਂ ਹੈ ਨਾ 1 ਔਰ 0, ਔਰ ਇਹਦੇ ਪ੍ਰੀਡਿਸੈਸਰ ਦੀ ਗੱਲ ਕਰਨੀ ਹੈ, ਯਾਨੀ ਕਿ -1 ਕਰਾਂਗੇ। 10 -1 ਕਰਾਂਗੇ ਤਾਂ ਆਂਸਰ ਕੀ ਆਏਗਾ 9। 9 ਦੇ ਵਿੱਚ ਕਿੰਨੇ ਡਿਜਿਟਸ ਹੈ, ਸਿੰਗਲ ਡਿਜਿਟ ਹੈ ਨਾ। ਔਰ ਇਹ ਤਾਂ ਕਹਿ ਰਹੇ ਸੀ ਵੀ ਇਜ਼ ਨੈਵਰ ਏ ਸਿੰਗਲ ਡਿਜਿਟ ਨੰਬਰ, ਵੀ ਕਦੀ ਵੀ ਸਿੰਗਲ ਡਿਜਿਟ ਆ ਹੀ ਨਹੀਂ ਸਕਦਾ ਹੈ, ਸਿੰਗਲ ਡਿਜਿਟ ਵਾਲਾ ਨੰਬਰ ਆ ਹੀ ਨਹੀਂ ਸਕਦਾ ਹੈ। ਤਾਂ ਇੱਥੇ ਤਾਂ 9 ਤਾਂ ਆ ਰਿਹਾ ਹੈ। जो 10 है वो जो है 2 डिजिट्स वाला नंबर है, ਉਹਦਾ प्रीडिसेसर वास्ते ਅਸੀਂ -1 ਕੀਤਾ, 10 -1 ਉਹ 9 आ गया। 9 जो है वो सिंगल डिजिट वाला जो है नंबर है, तो ये भी जो है फॉल्स है। हाँ जी, ये भी जो है फॉल्स है। नैक्सट सिंपल जो है इसनों भी कर लेने हैं 3rd और 4th क्वेश्चन ਨੂੰ। ਸਾਨੂੰ ਜੋ ਹੈ ਇਹਨਾਂ ਸਾਰਿਆਂ ਦੇ ਸਕਸੈਸਰ ਜੋ ਹੈ ਦੱਸਣੇ ਹੈ 3rd क्वेश्चन ਦੇ ਵਿੱਚ। ਤਾਂ ਜਿਵੇਂ A ਪਾर्ट है ਸਾਡੇ ਕੋਲ 1 0 0
909, ठीक है, 100909। हाँ जी, सक्सैसर दसना सी तो +1 करांगे। 9 + 1 ये हो गया 10, 1 कैरी हो गया, 0 + 1 1 हो गया, 9 एज इट इज़, 0 एज इट इज़, 0 और 1। ये जो है आंसर है 1,09,10, 1,09,10, ठीक है। ये जो है ए पार्ट का सक्सेसर है। 4630999, 4630999। हाँ जी, सक्सेसर वास्ते +1 करांगे। 9 + 1 ये हो गया 10, 1 कैरी हो गया, 9 + 1 ये हो गया 10, 1 कैरी हो गया, 9 + 1 ये हो गया 10, 1 कैरी हो गया, 0 + 1 1 हो गया, 3 6 ਤੇ 4। ਤਾਂ ਇਹ ਦੇਖ ਲਓ ਜੀ ਕਿੰਨਾ ਹੈ ਇਹ, ਵਨਸ, ਟੈਨਸ, 100, 1000, 10,000, ਲੱਖ, 10 ਲੱਖ। ਤਾਂ 46 ਲੱਖ 31,000, 46,31,000 ਜੋ ਹੈ ਇਹ ਬੀ ਪਾਰਟ ਦਾ ਆਂਸਰ ਹੈ। ਨੈਕਸਟ ਹੈ ਜੀ ਸੀ ਪਾਰਟ, 83,0,0,0,1, 8,30,000 ਹੋ ਗਿਆ। हाँ जी, 1 ऐड करांगे सक्सेसर वास्ते। 1 + 1 ये हो गया 2, 0 एज इट इज़, 0 एज इट इज़, 0 एज इट इज़, 3 एज इट इज़, 8 एज इट इज़। तो 8,30,002, 8,30,002 ये जो है साडा आंसर है। नेक्स्ट है 99,999, 99,999। 1 ऐड करांगे सक्सेसर वास्ते। 9 + 1 ये हो गया 10, 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 9 + 1 ये हो गया 10। हाँ जी, तो 1 ਲੱਖ, ठीक है, 1 ਲੱਖ जो है इसका आंसर है, सक्सेसर है। ਨੈਕਸਟ ਹੈ ਜੀ ਪ੍ਰੀਡਿਸੈਸਰ ਸਾਨੂੰ ਜੋ ਹੈ ਦੱਸਣਾ ਹੈ। ਤਾਂ ਪ੍ਰੀਡਿਸੈਸਰ ਵਾਸਤੇ ਅਸੀਂ -1 ਕਰਾਂਗੇ, ਸਕਸੈਸਰ ਵਾਸਤੇ ਅਸੀਂ +1 ਕਰਨਾ ਹੁੰਦਾ ਹੈ, 1 ਐਡ ਕਰਨਾ ਹੁੰਦਾ ਹੈ, ਪ੍ਰੀਡਿਸੈਸਰ ਵਾਸਤੇ ਅਸੀਂ -1 ਕਰਨਾ ਹੁੰਦਾ ਹੈ। ਹਾਂਜੀ, ਇਹ ਪਾਰਟ ਹੈ ਜੀ 1000। ਇਹਦਾ ਪ੍ਰੀਡਿਸੈਸਰ ਸਾਨੂੰ ਜੋ ਹੈ ਫਾइंड आउट करना है, ਤਾਂ -1 ਕਰਾਂਗੇ। इसनों ज़रा समझ लेना, देखो ऊपर जो है 0 है, नीचे जो है -1 है, सानू 1 कैरी करना पेगा या बोरो करना पेगा, ठीक है, हासिल लेना पेगा 1। तो देखो इस वाले 1 तो इत्थे जो है पहली वाली 0 ते 1 जाएगा, इत्थे बन जाएगा 10। फिर इस वाले 10 दे विचों 1 इत्थे जाएगा, इत्थे बन जाएगा 10, पीछे रह जाएगा 9। हाँ जी, फिर इस वाले 10 तो इत्थे जो है 1 अगे जाएगा, इत्थे हो जाएगा 10, पीछे रह जाएगा 9। तो 10 - 1 ये हो गया 9, तो इस वाले 0 की थां ते 9 बच गया, इधर भी 0 वाली थां ते 9 बच गया। 1 पहला ही मतलब कैरी हो चुका है, तो 1 - 1 दैट इज़ 0। हाँ जी, 999 ये साडा आंसर है, ठीक है। तो 1000 का जो प्रीडिसेसर है वो है 999, ठीक है, 999, 999। नेक्स्ट है जी 2,208,090। हाँ जी, प्रीडिसेसर असी फाइंड आउट करना है, -1 करांगे। मेरे ख्याल तो नंबर है जी ये 2,08,090, ठीक है, 2,08,090। तो देखो ऊपर 0 है, नीचे 1 है, माइनस करना है, तो 10 - 1 9 हो जाएगा। इस वाले 9 ਦੇ ਵਿੱਚੋਂ 1 कैरी होया सी, इत्थे रह गया 8, 0 एज इट इज़, 8 एज इट इज़, 0 एज इट इज़, 2 एज इट इज़। हाँ जी, 2,08,089, ठीक है, ये जो है प्रीडिसेसर है बी पार्ट का, 2,08,089। नेक्स्ट है जी 76,54,321।
76,54,321 ਤਾਂ -1 ਕਰਾਂਗੇ ਜੀ ਪ੍ਰੀਡਿਸੈਸਰ ਵਾਸਤੇ। 1 -1 ਇਹ ਹੋ ਗਿਆ 0। ਬਾਕੀ ਸਾਰੇ ਜੋ ਨੰਬਰਸ हैं या डिजिट्स हैं एज इट इज़ ਉਹਨਾਂ ਨੂੰ ਜੋ ਹੈ ਲਿਖ ਦਿਓ। 76,54,320 जो है आंसर होएगा, यानी कि प्रीडिसेसर होएगा। लास्ट है जी 12,576 -1 करांगे। 6 -1 दैट इज 5, 7 एज इट इज, 5 एज इट इज, 2 एज इट इज, 1 एज इट इज। 12,575 12,575 जो है इसका प्रीडिसेसर है। ठीक है जी। ਜੋ ਬਾਕੀ ਦੇ ਕੁਐਸਚਨਸ ਹੈ ਉਹ ਅਸੀਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਤੇ ਜੇ ਕਿਸੇ ਵੀ ਬੱਚੇ ਨੂੰ ਕੋਈ ਕੁਐਸਚਨ ਸਮਝ ਨਹੀਂ ਆਇਆ ਹੈ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਦੇਣਾ।